ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਰਵੇਸ਼, ਧੰਨ ਗੁਰੂ ਨਾਨਕ ਸਾਹਿਬ ਜੀ ਹਜੂਰ, ਕਿਰਪਾ ਕਰਨੀ ਮਹਾਰਾਜ। ਭੂਲ ਛਿਮੋ ਹਮਰੀ ਪ੍ਰਭਾਪਨ, ਭੂਲਨਹਾਰ ਕਹਾਂ ਘੁਮੋ ਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਧ ਗੋਸ਼ ਦੀ ਬਾਣੀ ਦੀ ਵਿਚਾਰ ਕੁਝ ਦਿਨਾਂ ਤੋਂ ਚੱਲ ਰਹੀ ਹੈ। ਕੱਲ ਅਸੀਂ 5ਵੀਂ ਪੌੜੀ ਦੀ ਗੱਲ ਆਰੰਭ ਕੀਤੀ ਸੀ। 6ਵੀਂ ਪੌੜੀ ਔਰ 7ਵੀਂ ਔਰ 8ਵੀਂ ਪੌੜੀ ਦੀ ਗੱਲ ਅੱਜ ਅਸੀਂ ਕਰਨੀ ਹੈ। 6ਵੀਂ ਪੌੜੀ ਕੱਲ ਕੀਤੀ ਸੀ, ਅੱਜ 7ਵੀਂ ਔਰ 8ਵੀਂ ਪੌੜੀ ਦੀ ਵਿਚਾਰ ਕਰਨੀ ਹੈ। ਸਿੱਧ ਗੋਸ਼ ਦੀ ਬਾਣੀ ਦੀ ਗੱਲ ਕੁਝ ਦਿਨ ਤੋਂ ਚੱਲ ਰਹੀ ਹੈ। ਜਿਹੜੇ ਨਵੇਂ ਆਏ ਨੇ, ਅੱਜ ਸਿੱਧਾਂ ਨਾਲ ਗੁਰੂ ਨਾਨਕ ਦੀ ਗੋਸ਼ਟੀ ਦੇ ਜ਼ਰੀਏ ਅਸੀਂ ਆਪਣੇ ਮਨ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਆਪਣੇ ਸਪਿਰਿਚੁਅਲਿਟੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਆਪਣੇ ਅਧਿਆਤਮ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਔਰ ਜੀਵਨ ਦਾ ਕਿਹੜਾ ਰਾਹ ਗੁਰੂ ਨਾਨਕ ਨੇ ਸਾਨੂੰ ਦੱਸਿਆ ਹੈ ਉਹ ਆਪਣੇ ਮਨ ਦੀ ਤਹਿ ਤੇ ਅਸੀਂ ਕਿਸ ਤਰ੍ਹਾਂ ਬਿਠਾਣਾ ਹੈ। ਇਹ ਵਿਚਾਰ ਸਿੱਧ ਗੋਸ਼ਟੀ ਵਿੱਚ ਕਈ ਰੂਪਾਂ ਵਿੱਚ ਚੱਲਦੀ ਹੈ। ਅਸੀਂ ਉਸੇ ਵਿਚਾਰ ਵਿੱਚ ਅੱਜ ਉਤਰਾਂਗੇ। 6ਵੀਂ ਪੌੜੀ ਦੀ ਗੱਲ ਅੱਜ ਚੱਲੇਗੀ 7ਵੀਂ ਔਰ 8ਵੀਂ ਪੌੜੀ ਦੀ। ਕੁਝ ਪੌੜੀਆਂ ਪਹਿਲੇ ਸਾਹਿਬ ਨੇ 5ਵੀਂ ਪੌੜੀ ਵਿੱਚ ਸਾਹਿਬ ਨੇ ਸਿੱਧਾਂ ਨਾਲ ਇੱਕ ਵਾਰਤਾਲਾਪ ਕੀਤੀ ਸੀ, ਜਿਹਦੇ 'ਚ ਸਾਹਿਬ ਨੇ ਕਿਹਾ ਸੀ, ਜੈਸੇ ਜਨਮੇ ਕਮਲ ਨਿਰਾਲਮ ਮੁਰਗਾਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ। ਜਿਵੇਂ ਕਮਲ ਜਿਹੜਾ ਹੈ ਉਹ ਮਟੀਲੇ ਪਾਣੀ ਤੋਂ ਉੱਪਰ ਉੱਠ ਕੇ ਵੀ ਚੀਂਦਾ ਹੈ ਔਰ ਮੈਲਾ ਨਹੀਂ ਹੁੰਦਾ, ਜਿਵੇਂ ਇੱਕ ਪੰਛੀ ਪਾਣੀ ਵਿੱਚ ਰਹਿ ਕੇ ਵੀ ਉਹਦੇ ਪੰਖ ਗਿੱਲੇ ਨਹੀਂ ਹੁੰਦੇ, ਇਸੇ ਤਰ੍ਹਾਂ ਸਿੱਖ ਸੁਰਤ ਔਰ ਸ਼ਬਦ ਦੇ ਰਸਤੇ ਭਵ ਸਾਗਰ ਨੂੰ, ਜੀਵਨ ਨੂੰ ਤਰਦਾ ਹੈ, ਇਸ ਤੋਂ ਪਾਰ ਜਾਂਦਾ ਹੈ। ਨਾਨਕ ਨਾਮ ਵਖਾਣੇ, ਨਾਨਕ ਸਾਹਿਬ ਕਹਿੰਦੇ ਹਨ ਨਾਮ ਦੀ ਗੱਲ। ਇਹ ਜਿਹੜੀ ਅਗਲੀਆਂ ਪੌੜੀਆਂ ਅਸੀਂ ਵਿਚਾਰੀਆਂ, ਇਹ ਇਸ ਕਲਾ ਦੀ ਹੀ ਗੱਲ ਸਮਝਾ ਰਹੀ ਹਨ। ਕਿਵੇਂ ਜੀਵਨ ਵਿੱਚ ਰਹਿੰਦੇ ਹੋਏ ਜੀਵਨ ਤੋਂ ਉੱਪਰ ਉੱਠਣਾ ਹੈ, ਕਿਵੇਂ ਜੀਵਨ ਦੇ ਵਿੱਚ ਜੀ ਕੇ ਵੀ ਜੀਵਨ ਤੋਂ ਨਿਰਲੇਪ ਹੋ ਕੇ ਨਿਕਲਣਾ ਹੈ। ਨਿਰਲੇਪ ਤੋਂ ਮਤਲਬ ਕੀ ਹੋਇਆ ਕਿ ਮੈਂ ਇੱਕ ਮਟੀਲੇ ਪਾਣੀ ਵਿੱਚ ਉਤਰ ਗਿਆ, ਉਸ ਵਿੱਚ ਤੈਰਿਆ ਔਰ ਜਦੋਂ ਬਾਹਰ ਆਇਆ ਤਾਂ ਮੈਨੂੰ ਕੋਈ ਮਿੱਟੀ ਨਹੀਂ ਲੱਗੀ, ਮੈਂ ਉਸ ਤੋਂ ਨਿਰਲੇਪ ਰਿਹਾ। ਇੱਕ ਬੜੀ ਡੂੰਗੀ ਵਿਚਾਰ ਹੈ ਜੀਵਨ ਦੀ, ਔਰ ਇਹ ਡਿਸਕੋਰਸ ਜਿਹੜਾ ਸਿੱਧਾਂ ਨਾਲ ਚੱਲਦਾ ਹੈ, ਦਿਸ ਲਾਈਜ਼ ਐਟ ਦੀ ਕੋਰ ਆਫ ਦੈਟ ਥਾਟ, ਕਿ ਅਸੀਂ ਜੀਵਨ ਜੀ ਕੇ ਵੀ ਅਧਿਆਤਮ ਨੂੰ ਪ੍ਰਾਪਤ ਕਰ ਸਕਦੇ ਹਾਂ ਕਿ ਜੀਵਨ ਨੂੰ ਛੱਡ ਕੇ ਹੀ ਪ੍ਰਾਪਤ ਕਰ ਸਕਦੇ ਹਾਂ। ਅੱਜ ਦੀ ਜਿਹੜੀ ਸਾਹਿਬ ਨਾਲ ਸਿੱਧਾਂ ਦੀ ਗੱਲ ਚੱਲੇਗੀ ਉਹ ਇਹੀ ਗੱਲ ਚੱਲੇਗੀ। 7ਵੀਂ ਪੌੜੀ ਆਪ ਪਹਿਲੇ ਪੜ੍ਹ ਦਈਏ, ਫਿਰ ਅੱਗੇ ਚੱਲਦੇ ਹਾਂ।
ਵਾਹਿਗੁਰੂ ਜੀ। ਕਿਆ ਬਵੀਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਹਾਟੀ ਬਾਟੀ ਰਹਿ ਨਿਰਾਲੇ, ਰੂਖ ਬਿਰਖ ਉਦਿਆਨੇ। ਕੰਦ ਮੂਲ ਆਹਾਰੋ ਖਾਈਐ, ਆਧੂ ਬੋਲੇ ਗਿਆਨੇ। ਹਾਟੀ ਬਾਟੀ ਰਹਿ ਨਿਰਾਲੇ, ਰੂਖ ਬਿਰਖ ਉਦਿਆਨੇ। ਕੰਦ ਮੂਲ ਆਹਾਰੋ ਖਾਈਐ, ਆਧੂ ਬੋਲੇ ਗਿਆਨੇ। ਤੀਰਥ ਨਾਈਐ ਸੁਖ ਫਲ ਪਾਈਐ, ਮੈਲ ਨ ਲਾਗੈ ਕਾਈ। ਗੋਰਖ ਪੂਤ ਲੋਹਾਰੀ ਪਾ ਬੋਲੇ, ਜੋਗ ਜੁਗਤ ਵਿਦ ਸਾਈ। ਤੀਰਥ ਨਾਈਐ ਸੁਖ ਫਲ ਪਾਈਐ, ਮੈਲ ਨ ਲਾਗੈ ਕਾਈ। ਗੋਰਖ ਪੂਤ ਲੋਹਾਰੀ ਪਾ ਬੋਲੇ, ਜੋਗ ਜੁਗਤ ਵਿਦ ਸਾਈ। ਹਾਟੀ ਬਾਟੀ ਨੀਂਦ ਨ ਆਵੈ, ਪਰ ਕਰ ਚਿਤ ਨ ਡੁਲਾਈ। ਬਿਨ ਨਾਵੈ ਮਨ ਟੇਕ ਨ ਟਿਕਈ, ਨਾਨਕ ਭੂਖ ਨ ਜਾਈ। ਹਾਟੀ ਬਾਟੀ ਨੀਂਦ ਨ ਆਵੈ, ਪਰ ਕਰ ਚਿਤ ਨ ਡੁਲਾਈ। ਬਿਨ ਨਾਵੈ ਮਨ ਟੇਕ ਨ ਟਿਕਈ, ਨਾਨਕ ਭੂਖ ਨ ਜਾਈ। ਹਾਟ ਪਟਣ ਕਰ ਗੁਰੂ ਦਿਖਾਇਆ, ਸਹਜੇ ਸਚ ਵਾਪਾਰੋ। ਖੰਡਤ ਨਿੰਦਰਾ ਅਲਪ ਆਹਾਰੰ, ਨਾਨਕ ਤਤ ਵਿਚਾਰੋ। ਹਾਟ ਪਟਣ ਕਰ ਗੁਰੂ ਦਿਖਾਇਆ, ਸਹਜੇ ਸਚ ਵਾਪਾਰੋ। ਖੰਡਤ ਨਿੰਦਰਾ ਅਲਪ ਆਹਾਰੰ, ਨਾਨਕ ਤਤ ਵਿਚਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਬਾਦਫਾ ਜੀਵਨ ਵਿੱਚ ਅਸੀਂ ਕਈ ਵਾਰ ਕਿਸੇ ਸਭਾ ਵਿੱਚ ਜਾਂਦੇ ਹਾਂ ਤਾਂ ਆਪਣੀ ਗੱਲ ਸਾਨੂੰ ਰੱਖਣੀ ਜ਼ਰੂਰੀ ਲੱਗਦੀ ਹੈ। ਕਈ ਵਾਰ ਅਸੀਂ ਅਧਿਆਤਮ ਦੇ ਮਾਰਗ ਤੇ ਵੀ ਆਪਣੀ ਗੱਲ ਰੱਖਣਾ ਚਾਹੁੰਦੇ ਹਾਂ। ਜੀਵਨ ਬਾਅਦ ਦਫਾ ਇੱਕ ਆਈਡੈਂਟਿਟੀ ਕ੍ਰਾਈਸਿਸ ਬਣ ਜਾਂਦਾ ਹੈ। ਮੈਂ ਹਾਂ ਕੀ? ਮੇਰੇ ਕਈ ਰੋਲ ਹਨ ਜੀਵਨ ਦੇ ਵਿੱਚ। ਪਿਤਾ ਵੀ ਹੋ ਸਕਦਾ ਹੈ, ਘਰ ਵਾਲਾ ਵੀ ਹੈ, ਸੁਸਾਇਟੀ ਦੇ ਵਿੱਚ ਆਪਣੇ ਰੋਲ ਹਨ। ਔਰ ਇਹਨਾਂ ਰੋਲਸ ਦੇ ਵਿੱਚੋਂ ਜਦੋਂ ਅਸੀਂ ਨਿਕਲਦੇ ਹਾਂ, ਕਈ ਵਾਰ ਆਪਣੇ ਆਪ ਨੂੰ ਗਵਾਚ ਜਾਂਦੇ ਹਾਂ। ਤਾਂ ਬਾਅਦ ਦਫਾ ਅਸੀਂ ਦੇਖਿਆ ਕਿ ਜਦੋਂ ਚਾਰ ਲੋਕ ਇੱਕ ਪਾਰਟੀ 'ਚ ਗੱਲ ਕਰ ਰਹੇ ਹੁੰਦੇ ਆ, ਸਭ ਆਪਣੀ ਆਪਣੀ ਗੱਲ ਹੀ ਕਰਦੇ ਹਨ। ਦੂਸਰੇ ਦੀ ਤਾਂ ਸ਼ਾਇਦ ਕੋਈ ਘੱਟ ਹੀ ਸੁਣਦਾ ਹੈ। ਅਸੀਂ ਆਪਣੀ ਗੱਲ ਕਿਉਂ ਕਰਦੇ ਹਾਂ? ਕਿਉਂਕਿ ਸਾਨੂੰ ਸਾਡੀ ਆਈਡੈਂਟਿਟੀ ਦੀ ਅਫਰਮੇਸ਼ਨ ਚਾਹੀਦੀ ਹੈ। ਅਸੀਂ ਦਰਅਸਲ ਆਪਣੇ ਆਪ ਨੂੰ ਹੀ ਦੱਸ ਰਹੇ ਹਾਂ ਕਿ ਮੈਂ ਕੌਣ ਹਾਂ, ਕਿਉਂਕਿ ਇਹੀ ਤਾਂ ਆਈਡੈਂਟਿਟੀ ਹੈ ਜਿਹਨੂੰ ਮੈਂ ਜਾਣਦਾ ਹਾਂ। ਤਾਂ ਜਿਹੜੀ ਚੀਜ਼ ਵਿੱਚ ਮੈਂ ਨਿਪੁੰਨ ਹੋਵਾਂਗਾ, ਸਕਸੈਸਫੁਲ ਹੋਵਾਂਗਾ, ਜਿਹੜੀ ਚੀਜ਼ ਵਿੱਚ ਮੈਨੂੰ ਮਾਣ ਹੈ, ਬਾਅਦ ਦਫਾ ਉਹੀ ਅਸੀਂ ਗੱਲਾਂ ਕਰਦੇ ਹਾਂ। ਕੋਈ ਸਭਾ ਵਿੱਚ ਬੈਠ ਕੇ ਆਪਣੀ ਊਣਤਾਈਆਂ, ਆਪਣੀਆਂ ਗਲਤੀਆਂ, ਆਪਣੀ ਵੀਕਨੈਸਿਸ ਦੀ ਗੱਲ ਨਹੀਂ ਕਰਦਾ। ਅਸੀਂ ਸਭ ਲੋਕ ਆਪਣੀ ਜਿਸ ਚੀਜ਼ ਤੇ ਸਾਨੂੰ ਮਾਣ ਹੈ ਉਹਦੀ ਗੱਲ ਕਰਦੇ ਹਾਂ। ਦੂਸਰੇ ਵਾਸਤੇ ਘੱਟ ਹੈ, ਇਹ ਮੇਰੇ ਵਾਸਤੇ, ਆਪਣੇ ਵਾਸਤੇ ਜ਼ਿਆਦਾ ਹੈ। ਸਿੱਧਾ ਨੂੰ ਕੁਛ ਇਹੋ ਜਿਹੀ ਕ੍ਰਾਈਸਿਸ ਹੋਈ ਲੱਗਦੀ ਹੈ।
ਕਿਉਂਕਿ ਅੱਜ ਉਹਨਾਂ ਚੋਂ ਇੱਕ ਆਪਣੀ ਗੱਲ ਰੱਖਣਾ ਲਾਜ਼ਮੀ ਸਮਝਦਾ ਹੈ, ਪਰ ਇਹ ਹੋ ਵੀ ਸਕਦਾ ਹੈ ਕਿ ਉਹਨਾਂ ਨੂੰ ਉਹੀ ਠੀਕ ਲੱਗਦਾ ਹੈ। ਉਹਨਾਂ ਨੂੰ ਜਿਹੜੀ ਚੀਜ਼ ਲੱਗਦੀ ਹੈ ਕਿ ਉਹਨਾਂ ਵਾਸਤੇ ਹੈ, ਉਸੇ ਚੀਜ਼ ਨੂੰ ਉਹ ਸੱਚ ਜਾਣਦੇ ਹੈ। ਤਾਂ ਇੱਕ ਭਾਈ ਗੁਰਦਾਸ ਦਾ ਇੱਕ ਕਥਨ ਹੈ, ਸਾਧ को मिलने जाइए साथ ना लीजिए कोई। ਸਾਧੂ ਨੂੰ ਮਿਲਣ ਜਾਈਏ ਤਾਂ ਸਾਥ ਕੋਈ ਨਾ ਲਿਜਾਈਏ। ਸਾਧੂ ਤੋਂ ਮਤਲਬ ਮੈਂ ਸਮਝਦਾ ਵਾਂ ਗਿਆਨ ਦੀ ਜਗ੍ਹਾ ਤੇ ਜਾਈਏ, ਜਿੱਥੇ ਸਾਨੂੰ ਅਧਿਆਤਮ ਦੀ ਗਿਆਨ ਦੀ ਗੱਲ ਕਰਨੀ ਹੈ। ਤਾਂ ਸਾਥ ਅਸੀਂ ਅਗਰ ਕਿਸੇ ਨੂੰ ਲਿਜਾਂਦੇ ਹਾਂ ਤਾਂ ਉਹ ਸਾਡਾ ਹੰਕਾਰ ਹੈ। ਗੁਰਦੁਆਰੇ ਵਿੱਚ ਤੇ ਲਿਖਿਆ ਹੋਣਾ ਚਾਹੀਦਾ ਹੈ ਕਿ ਜੋੜਿਆਂ ਦੇ ਨਾਲ ਆਪਣਾ ਹੰਕਾਰ ਵੀ ਬਾਹਰ ਛੱਡ ਕੇ ਜਾਣਾ, ਪਰ ਇਹ ਗੱਲਾਂ ਬੜੀਆਂ ਸਟਲ ਹਨ। ਜੇ ਅਸੀਂ ਕਿਸੇ ਵੀ ਸਭਾ ਵਿੱਚ ਆਪਣੇ ਹੰਕਾਰ ਨੂੰ ਨਾਲ ਲੈ ਕੇ ਜਾਵਾਂਗੇ ਤੇ ਸੁਣਾਂਗੇ ਘੱਟ, ਬੋਲਾਂਗੇ ਜ਼ਿਆਦਾ। ਔਰ ਬੜੀ ਇੰਟਰਸਟਿੰਗ ਦੀ ਗੁਰੂ ਸਾਹਿਬ ਨੇ ਸਾਨੂੰ ਸੁਣਨ ਨਾਲ ਪਹਿਲੇ ਜੋੜਿਆ ਹੈ। ਜਪਜੀ ਸਾਹਿਬ ਵਿੱਚ ਸੁਣੇ ਦੀ 4 ਪੌੜੀਆਂ ਨੇ, ਉਸ ਤੋਂ ਬਾਅਦ ਹੀ ਮੰਨਣ ਆਉਂਦਾ ਹੈ। ਜੋ ਮੈਂ ਸੁਣਦਾ ਹਾਂ ਉਹ ਮੇਰੇ ਮਨ ਦਾ ਨੇਚਰ ਬਣ ਜਾਂਦਾ ਹੈ। ਕਿਹੜੇ ਮਿਊਜ਼ਿਕ ਨੂੰ ਮੈਂ ਸੁਣ ਰਿਹਾ ਹਾਂ, ਕਿਹੜੀ ਚੀਜ਼ਾਂ ਨੂੰ ਮੈਂ ਸੁਣਦਾ ਹਾਂ, ਕਿਹਨਾਂ ਲੋਕਾਂ ਨੂੰ ਮੈਂ ਸੁਣਦਾ ਹਾਂ, ਕਿਹੋ ਜਿਹੇ ਵਿਚਾਰ ਮੈਂ ਸੁਣ ਰਿਹਾ ਹਾਂ, ਉਸੇ ਤਰ੍ਹਾਂ ਮੇਰਾ ਮਨ ਢਲਣ ਲੱਗ ਪੈਂਦਾ ਹੈ। ਇਹ ਸੁਣਨ ਦੀ ਬੁਨਿਆਦ ਮਨ ਦੀ ਟਰਾਂਸਫਰਮੇਸ਼ਨ ਦੇ ਵਿੱਚ ਇੱਕ ਅਹਿਮ ਰੋਲ ਪਲੇ ਕਰਦੀ ਹੈ। ਦੇਖਣ ਦਾ ਵੀ ਇੱਕ ਰੋਲ ਹੈ। ਕਾਫੀ ਜ਼ਿਆਦਾ ਦੇਖਣ ਤੋਂ ਮਨ ਇੰਪੈਕਟ ਹੁੰਦਾ ਹੈ, ਪਰ ਅਸੀਂ ਦੇਖਣ ਤੋਂ ਬਾਅਦ ਸੁਣਨ ਦੀ ਗੱਲ ਅਸੀਂ ਕਰੀਏ ਤਾਂ ਸੁਣਨ ਤੋਂ ਮਨ ਦੀ ਬੁਨਿਆਦ ਪੈਂਦੀ ਹੈ। ਔਰ ਇਹ ਸੁਣਨਾ ਜਿਹੜਾ ਹੈ, ਅੱਜ ਬਹੁਤ ਸਾਈਕੋਲੋਜਿਸਟ ਨੇ ਯੂਜ਼ ਵੀ ਕਰਨਾ ਸ਼ੁਰੂ ਕਰਤਾ ਹੈ। ਕਾਫੀ ਕਿਤਾਬਾਂ ਪੜ੍ਹਨੀ ਨਹੀਂ ਪੈਂਦੀਆਂ, ਉਹ ਬੋਲ ਕੇ ਹੀ ਸਮਝ ਆ ਜਾਂਦੀਆਂ, ਉਹ ਵਰਬਲ ਬੁੱਕਸ ਮਿਲ ਜਾਂਦੀਆਂ। ਔਰ ਇਹ ਸੁਣਨਾ ਅੰਤਰ ਮਨ ਵਿੱਚ ਜਾ ਕੇ ਫਿਰ ਆਪਣਾ ਰੰਗ ਲਿਆਂਦਾ ਹੈ। ਸਾਨੂੰ ਕਈ ਵਾਰ ਪਤਾ ਵੀ ਨਹੀਂ ਲੱਗਦਾ ਕਿ ਕਿਸ ਤਰ੍ਹਾਂ ਅਸੀਂ ਬਦਲੀ ਹੁੰਦੇ ਜਾ ਰਹੇ ਹਾਂ, ਕਿਸ ਤਰ੍ਹਾਂ ਦਾ ਨੇਚਰ ਸਾਡਾ ਹੁੰਦਾ ਜਾ ਰਿਹਾ ਹੈ। ਇਸ ਕਰਕੇ ਅਗਰ ਕੋਈ ਗੁਰੂ ਦੀ ਸੰਗਤ ਕਰਦਾ ਹੈ ਔਰ ਸੁਣਦਾ ਹੈ ਤਾਂ ਉਹ ਗੁਰੂ ਦਾ ਰੂਪ ਹੋਣ ਵੱਲ ਟੁਰ ਪੈਂਦਾ ਹੈ। ਉਹ ਵੀ ਚੰਦਨ ਹੋਏ ਲੈ ਬਸੇ ਜੋ ਚੰਦਨ ਪਾਸ। ਔਰ ਧਿਆਨ ਦਾ ਇਸ ਨਾਲ ਬਹੁਤ ਵੱਡਾ ਰਿਲੇਸ਼ਨਸ਼ਿਪ ਹੈ। ਇੱਕ ਧਿਆਨਸਤ ਇਨਸਾਨ ਦੇ ਨਾਲ ਬੈਠ ਕੇ ਜਦੋਂ ਅਸੀਂ ਉਹਨਾਂ ਨੂੰ ਸੁਣਦੇ ਹਾਂ ਤਾਂ ਅਸੀਂ ਵੀ ਧਿਆਨਸਤ ਹੋ ਜਾਂਦੇ ਹਾਂ, ਕਿਉਂਕਿ ਸਾਊਂਡ ਵਾਈਬ੍ਰੇਸ਼ਨਸ ਐਨਰਜੀ ਕੈਰੀ ਕਰਦੀਆਂ। ਇੱਥੇ ਕੀਰਤਨ ਦਾ ਵੀ ਰੋਲ ਹੈ, ਇਸੇ ਤਰ੍ਹਾਂ ਹੀ ਹੈ। ਤਾਂ ਕੀਰਤਨ ਵਿੱਚ, ਅਭਿਆਸ ਵਿੱਚ ਕਿਹੜੀ ਚੀਜ਼ ਹੈ ਜਿਹੜੀ ਮੈਟਰ ਕਰਦੀ ਹੈ? ਗੁਰੂ ਸਾਹਿਬ ਸਮਝਾਉਂਦੇ ਨੇ, ਕੋਈ ਗਾਵੇ ਰਾਗੀ ਨਾਦੀ ਬੇਦੀ, ਨਹੀਂ ਹਰ ਹਰ ਪੀਜੇ। ਕੋਈ ਰਾਗ ਵਿੱਚ ਗਾਏ,
ਗਿਆਨ ਵਿੱਚ ਗਾਏ, ਉਹਦੇ ਨਾਲ ਹਰੀ ਨਹੀਂ ਭਿੱਜਦਾ। ਕਿਸ ਨਾਲ ਭਿੱਜਦਾ ਹੈ? ਮਹਾਰਾਜ ਕਹਿੰਦੇ ਨੇ ਮਨ ਦੇ ਵਿੱਚ ਅਗਰ ਕਪਟ ਵਿਕਾਰ ਹੈ, ਮਨ ਅਗਰ ਦਵੈਤ ਦੇ ਵਿੱਚ ਹੈ, ਤਾਂ ਫਿਰ ਉਹ ਮਨ ਹਾਜ਼ਰੀ ਔਰ ਹਜ਼ੂਰੀ ਵਿੱਚ ਨਹੀਂ ਹੈ। ਅੱਜ ਇੱਕ ਬੀਬਾ ਨੇ ਮੈਨੂੰ ਪੁੱਛਿਆ, ਨਾਮ ਕੀ ਹੈ? ਨਾਮ ਦਰਅਸਲ ਉਹ ਅਵਸਥਾ ਹੈ ਜਿਹਦੀ ਗੱਲ ਕਰਨੀ ਨਹੀਂ ਪਈ ਜਾ ਸਕਦੀ। ਜਿੱਥੇ ਮੈਂ ਨਹੀਂ ਹਾਂ ਉੱਥੇ ਹੀ ਨਾਮ ਹੈ ਨਾ। ਔਰ ਨਾਮ ਕੋਈ ਜਗ੍ਹਾ ਨਹੀਂ ਹੈ ਨਿਰੰਕਾਰ ਦੀ ਜਿੱਥੇ ਨਾਮ ਨਹੀਂ ਹੈ। ਮੈਂ ਇਹਦੇ ਨਾਲ ਕਿਸ ਤਰ੍ਹਾਂ ਜੁੜਦਾ ਹਾਂ, ਇਹ ਤੇ ਮੈਂ ਗਾ ਕੇ ਆਪਣੇ ਮਨ ਨੂੰ ਬਹਾ ਕੇ ਪ੍ਰੇਮ ਵਿੱਚ ਲੀਨ ਹੋ ਕੇ ਬਾਣੀ ਵਿੱਚ ਨਾਮ ਨਾਲ ਜੁੜ ਸਕਦਾ ਹਾਂ। ਤਾਂ ਹਜ਼ੂਰੀ ਕਿਹਦੇ ਕੋਲ ਆਏਗੀ? ਇੱਕ ਪਲ ਜਿਨ ਇੱਕ ਛਿਨ ਤੇ ਆਇਓ, ਇੱਕ ਇਕਾਗਰ ਮਨ ਦੀ ਅਵਸਥਾ ਵਿੱਚ ਪ੍ਰੇਮ ਨਾਲ ਭਰ ਕੇ ਜਦੋਂ ਮੈਂ ਉਸ ਦਾ ਨਾਮ ਲੈਂਦਾ ਹਾਂ ਤਾਂ ਮੇਰਾ ਹੰਕਾਰ ਬਹਿ ਜਾਂਦਾ ਹੈ। ਮੈਂ ਉਹਦੇ ਸ਼ਬਦ ਵਿੱਚ ਲੀਨ ਹੋ ਜਾਂਦਾ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਦੇ ਹਰ ਕਦਮ ਵਿੱਚ ਸ਼ਬਦ ਦੀ ਗੱਲ ਚੱਲਦੀ ਹੈ। ਜਿਵੇਂ ਕੋਈ ਆਪਣੇ ਸ਼ਾਗਿਰਦ ਨੂੰ, ਆਪਣੇ ਮੁਰੀਦ ਨੂੰ ਸਮਝਾਉਂਦਾ ਹੋਏ ਕਿ ਇਹ ਪੱਲੇ ਰੱਖਣੀ ਹੈ ਗੱਲ। ਇਹ ਕਿਸ ਤਰ੍ਹਾਂ ਹੋਇਆ ਫਿਰ ਅਸੀਂ ਸਿੱਖਾਂ ਨੂੰ ਇੰਨੀ ਦੂਰ ਚਲੇ ਗਏ ਇਹਨਾਂ ਬੇਸਿਕ ਆਈਡੀਓਲੋਜੀਜ਼ ਤੋਂ? ਦਰਅਸਲ ਧਰਮ ਜ਼ਿਆਦਾਤਰ ਅੱਜ ਕੱਲ੍ਹ ਦਿਖਾਵੇ ਵਿੱਚ ਦੇਖਿਆ ਜਾਂਦਾ ਹੈ। ਸੋਸਾਇਟੀ ਦੇ ਵਿੱਚ ਮੈਂ ਕਿਹੋ ਜਿਹੇ ਧਰਮ ਨੂੰ ਬਿਲੋਂਗ ਕਰਦਾ ਹਾਂ, ਉਸ ਤਰ੍ਹਾਂ ਦੀ ਮੇਰੀ ਆਈਡੈਂਟੀਟੀ ਬਣ ਜਾਂਦੀ ਹੈ। ਪਰ ਧਰਮ ਵਰਤਦਾ ਤੇ ਮਨ ਦੀ ਤਹਿ ਤੇ ਹੈ। ਮੌਲਾਨਾ ਰੂਮੀ ਇੱਕ ਬੜੀ ਪਿਆਰੀ ਗੱਲ ਕਰਦੇ ਹੈ। ਉਹ ਰਿਲੀਜੀਅਸ ਆਈਡੈਂਟੀਟੀ ਨੂੰ ਇੱਕ ਦੀਪਕ ਦੇ ਕਾਸੇ ਦੇ ਨਾਲ ਰਿਲੇਟ ਕਰਦੇ ਹੈ ਕਿ ਜਿਵੇਂ ਇੱਕ ਦੀਪਕ ਦਾ ਬਰਤਨ ਹੈ, ਉਹ ਮੇਰੀ ਰਿਲੀਜੀਅਸ ਆਈਡੈਂਟੀਟੀ ਹੈ। ਮੈਂ ਹਿੰਦੂ ਹਾਂ, ਮੁਸਲਮਾਨ ਹਾਂ, ਸਿੱਖ ਹਾਂ। ਪਰ ਜਿਹੜੀ ਉਸ ਦੀਪਕ ਦੀ ਜੋਤ ਹੈ ਉਹ ਮੇਰੀ ਸਪਿਰਿਚੁਅਲਿਟੀ ਹੈ। ਦੀਪਕ ਦੇ ਵਿੱਚ ਜੋਤ ਦਾ ਨੇਚਰ ਤਾਂ ਇੱਕੋ ਹੀ ਹੋਏਗਾ, ਫਰਕ ਨਹੀਂ ਹੋਏਗਾ। ਤਾਂ ਧਰਮ ਦੀ ਤਹਿ ਦੇ ਵਿੱਚ ਜਿਤਨਾ ਮੈਂ ਡੂੰਘਾ ਜਾਂਦਾ ਜਾਵਾਂਗਾ, ਉਤਨਾ ਮੈਂ ਉਸ ਮਨ ਦੀ ਤਹਿ ਵਿੱਚ ਸਾਰੇ ਨਿਰੰਕਾਰ ਨਾਲ ਜੁੜਨਾ ਸ਼ੁਰੂ ਹੋ ਜਾਵਾਂਗਾ। ਐਸੇ ਕਰਕੇ ਸਾਹਿਬ ਨੇ ਰਿਲੀਜੀਅਸ ਆਈਡੈਂਟੀਟੀ ਨੂੰ ਕਈ ਵਾਰ ਨਕਾਰ ਕੇ ਅੱਗੇ ਚਲੇ ਜਾਂਦੇ ਹਨ। ਔਰ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਨੂੰ ਗਾਈਡੈਂਸ ਹੈ, ਉਹ ਸਾਰੀ ਸਪਿਰਿਚੁਅਲ ਰਿਐਲਿਟੀਜ਼ ਐਬਸੋਲੂਟ ਟਰਮ ਦੇ ਅੰਦਰ ਹਨ। ਇਸ ਤਰ੍ਹਾਂ ਨਹੀਂ ਹੈ ਕਿ ਉਹ ਸਿੱਖਾਂ ਵਾਸਤੇ ਹਨ ਤੇ ਹੋਰ ਕਿਸੇ ਧਰਮ ਵਾਸਤੇ ਉਹ ਨਹੀਂ ਬੈਠਣਗੀਆਂ। ਕਈ ਚੀਜ਼ਾਂ ਸਾਨੂੰ ਫਿਰ ਕਾਮਨ ਵੀ ਦਿਖਦੀਆਂ ਹਨ। ਜਿਵੇਂ ਈਸਾਈ ਮਤ ਵਿੱਚ ਇੱਕ ਬਹੁਤ ਮੰਨੀ ਸੇਇੰਗ ਹੈ, ਲਵ ਇਜ਼ ਗੋਡ। ਪ੍ਰੇਮ ਰੱਬ ਹੈ। ਪ੍ਰੇਮ ਦੀ ਅਹਿਮੀਅਤ ਸਾਡੇ ਧਰਮ ਵਿੱਚ ਵੀ ਬਹੁਤ ਗਹਿਨ ਹੈ। ਉਸੇ ਤਰ੍ਹਾਂ ਇਹ ਜਿਹੜੇ ਅਸੂਲ ਹਨ ਉਹ ਯੂਨੀਵਰਸਲ ਹਨ। ਅਸੀਂ ਕਿਸੇ ਇੱਕ ਧਰਮ ਤੋਂ ਦੂਜੇ ਧਰਮ ਵਿੱਚ ਝਾਕਾਂਗੇ,
ਉੱਪਰ ਤਾਂ ਫਰਕ ਦਿਖੇਗਾ, ਪਰ ਜਿਹੜੇ ਬੁਨਿਆਦੀ ਅਸੂਲ ਹਨ, the basic rules of spirituality will be the same. Those cannot be avoided. ਤਾਂ ਹੀ ਅਸੀਂ ਦੇਖਦੇ ਹਾਂ ਕਿ ਸਾਡੇ ਜਿਹੜੇ ਗੁਰੂ ਸਾਹਿਬਾਨ ਹਨ, ਉਹਨਾਂ ਨੇ ਇੱਕ ਤਰ੍ਹਾਂ ਇੱਕ ਯੂਨੀਵਰਸਲ ਸਪਿਰਿਚੁਅਲਿਟੀ ਦੀ ਸਟੇਟਮੈਂਟ ਗੁਰੂ ਗ੍ਰੰਥ ਸਾਹਿਬ ਜੀ 'ਚ ਹਾਜ਼ਰ ਕਰ ਦਿੱਤੀ ਹੈ। ਕੋਈ ਜਾਤ ਨਹੀਂ ਦੇਖੀ, ਕੋਈ ਧਰਮ ਨਹੀਂ ਦੇਖਿਆ, ਬਸ ਇਹ ਦੇਖਿਆ ਕਿ ਉਹ ਜੱਗਿਆ ਪੁਰਸ਼ ਜੁੜਿਆ ਹੋਇਆ ਹੈ ਨਿਰੰਕਾਰ ਨਾਲ। ਪਰ ਉਹ ਜਿਹੜੇ ਸ਼ਬਦ ਨੇ ਉਹ ਗੁਰੂ ਘਰ ਦੀ ਪ੍ਰਿੰਸੀਪਲਸ ਨਾਲ ਮਿਲਦੇ ਹਨ। ਭਗਤ ਕਬੀਰ ਦੇ ਕਿਤਨੇ ਹੀ ਸ਼ਬਦ ਨੇ, ਭਾਈ ਗੁਰਦਾਸ ਇੱਕ ਚਮਾਰਾਂ ਦੇ ਗੁਰੂ ਹਨ, ਕਿਤਨੇ ਪਿਆਰੇ ਸ਼ਬਦ ਹਨ ਉਹਨਾਂ ਦੇ। ਇਹ ਇੱਕ ਤਰ੍ਹਾਂ ਸਾਹਿਬ ਹਜ਼ੂਰ ਨੇ ਸਾਨੂੰ ਇੱਕ ਆਦੇਸ਼ ਦਿੱਤਾ ਹੈ, ਉਪਦੇਸ਼ ਦਿੱਤਾ ਹੈ ਕਿ ਜਦੋਂ ਧਰਮ ਦੀ ਗੱਲ ਵਿੱਚ ਚੱਲੀਏ ਤਾਂ ਫਿਰ ਇਹ ਦੇਖੀਏ ਕਿ ਉਸ ਦਾ ਗਿਆਨ ਕਿਤਨਾ ਹੈ, ਉਹਦਾ ਪਹਿਰਾਵਾ, ਉਹਦੀ ਬੋਲੀ, ਉਹ ਕਿਸ ਤਰ੍ਹਾਂ ਦੇ ਧਰਮ ਵਿੱਚ ਹੈ। ਇਹ ਉਹਨਾਂ ਨੂੰ ਮੈਟਰ ਨਹੀਂ ਕਰਦਾ। ਸਾਈਂ ਮੀਆਂ ਮੀਰ ਦਰਬਾਰ ਸਾਹਿਬ ਦਾ ਫਾਊਂਡੇਸ਼ਨ ਰੱਖ ਰਹੇ ਹਨ, ਇੱਕ ਹੋਰ ਧਰਮ ਦੇ ਇਨਸਾਨ। ਸਾਹਿਬ ਨੇ ਉਹਦੀ ਸਪਿਰਿਚੁਅਲਿਟੀ ਉਹਨਾਂ ਦੀ ਦੇਖੀ ਹੈ ਔਰ ਉਸ ਨੂੰ ਆਦਰ ਕੀਤਾ ਹੈ। ਅਸੀਂ ਵੀ ਜਦੋਂ ਧਰਮ ਦੀ ਸਭਾ ਵਿੱਚ ਬੈਠੀਏ ਤਾਂ ਸਾਨੂੰ ਇਹ ਸੰਕੇਤ ਹੈ, ਸਾਨੂੰ ਇਹ ਗਾਈਡੈਂਸ ਹੈ ਕਿ ਕਿਵੇਂ ਅਸੀਂ ਧਰਮ ਦੀ ਸਭਾ ਵਿੱਚ ਬੈਠਣਾ ਹੈ। ਅਸੀਂ ਸੁਣਨਾ ਹੈ, ਅਸੀਂ ਆਪਣੇ ਹੰਕਾਰ ਨੂੰ ਸਾਹਮਣੇ ਨਹੀਂ ਰੱਖਣਾ ਹੈ। ਇੱਕ ਆਈਡੈਂਟੀਟੀ ਕ੍ਰਾਈਸਿਸ ਵਿੱਚ ਤਾਂ ਹੀ ਅਸੀਂ ਰਹਿੰਦੇ ਹਾਂ ਜਦੋਂ ਅਸੀਂ ਆਪਣੀ ਈਗੋ ਦੇ ਨਾਲ ਰਹਿੰਦੇ ਹਾਂ। ਪਰ ਜਦੋਂ ਈਗੋ ਡ੍ਰੌਪ ਹੋ ਜਾਂਦੀ ਹੈ ਫਿਰ ਜੋ ਅਸੀਂ ਹਾਂ ਉਹ ਸਾਡੇ ਨਾਲ ਚੱਲਦਾ ਹੈ। ਇਸ ਤਰ੍ਹਾਂ ਦੇ ਧੋਖੇ ਅਸੀਂ ਕਈ ਵਾਰ ਜੀਵਨ ਵਿੱਚ ਖਾ ਲੈਂਦੇ ਹਾਂ। ਜਿੱਥੋਂ ਗਿਆਨ ਲੈਣਾ ਹੁੰਦਾ ਹੈ ਉੱਥੇ ਗਿਆਨ ਦੇ ਆਉਂਦੇ ਹਾਂ ਤਾਂ ਇੱਕ ਮੌਕਾ ਗਵਾਚ ਜਾਂਦਾ ਹੈ। ਇਹ ਜਿਹੜੀ ਅੱਜ ਦੀ ਪੌੜੀਆਂ ਨੇ, ਇਹ ਦੋ ਚੀਜ਼ਾਂ ਪ੍ਰਗਟ ਕਰਦੀਆਂ ਹਨ। ਅਸੀਂ ਪਹਿਲੇ ਯੋਗੀਆਂ ਦੀ ਜਿਹੜੀ ਵਿਚਾਰ ਹੈ ਉਸ ਦੇ ਆਧਾਰ ਤੇ ਗੱਲ ਸ਼ੁਰੂ ਕਰਦੇ ਹਾਂ। ਤਾਂ ਯੋਗੀਆਂ ਨੇ ਹੁਣ ਇੱਕ ਗੱਲ ਚਲਾਈ ਔਰ ਇੱਥੇ ਇੱਕ ਨਾਮ ਵੀ ਆ ਰਿਹਾ ਹੈ, ਗੋਰਖਪੂਤ ਲੋਰੀ ਭਾ ਬੋਲੇ। ਹੋ ਸਕਦਾ ਹੈ ਸੁਮੇਰ ਪਰਬਤ ਦੀ ਗੱਲ ਹੈ, ਨਾਨਕ ਮਤਾ ਦੀ ਗੱਲ ਹੈ। ਇਹ ਲੋਕ ਇੰਟੈਂਸ ਸਪਿਰਿਚੁਅਲਿਟੀ ਨੂੰ ਢੂੰਡ ਰਹੇ ਹਨ ਔਰ ਇਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਇਹਨਾਂ ਨੂੰ ਪਤਾ ਹੈ ਕਿਵੇਂ ਧਰਮ ਨੂੰ ਜਾਣਨਾ ਹੈ, ਬਲਕਿ ਉਸ ਵੇਲੇ ਦੇ ਆਗੂ ਹਨ। ਯੋਗ ਮਤ ਤੋਂ ਬੜੇ ਸ਼ਬਦ ਸਾਡੇ ਕੋਲ ਆ ਰਹੇ ਹਨ। ਯੋਗ ਸ਼ਬਦ ਦਾ ਅਸਲ ਅਰਥ, ਮੂਲ ਮੀਨਿੰਗ ਹੈ ਜੁੜਨਾ। ਤਾਂ ਕਈ ਅਰਥ ਉਨਮਨੀ ਸ਼ਬਦ ਜਿਹੜਾ ਹੈ, ਉਨਮਨ ਮਨ ਦੀ ਅਵਸਥਾ ਯੋਗ ਮਤ ਤੋਂ ਆ ਰਿਹਾ ਹੈ। ਪ੍ਰਚਲਿਤ ਸ਼ਬਦ ਕਾਫੀ, ਪਰ ਸਾਹਿਬ ਇਹਨਾਂ ਦੇ ਗੜ ਤੇ ਜਾ ਕੇ ਇਹਨਾਂ ਨਾਲ ਡਿਸਕੋਰਸ ਕਰ ਰਹੇ ਹਨ ਅਬਾਊਟ ਸਪਿਰਿਚੁਅਲਿਟੀ। He knows they are wrong, so he goes, otherwise he doesn't need to. ਇੱਕ ਪਰਉਪਕਾਰ ਦਾ ਯਤਨ ਹੈ। ਗੁਰੂ ਸਾਹਿਬ ਨੇ ਦੇਖੋ
ਬਹੁਤ ਛੋਟੀ ਉਮਰ 'ਚ ਬਹੁਤ ਵੱਡੀ ਜਾਇਦਾਦ ਦੇ ਮਾਲਕ ਬਣ ਗਏ ਸਨ। ਆਪ ਨੂੰ ਸ਼ਾਇਦ ਪਤਾ ਹੈ ਕਿ ਨਹੀਂ, ਨਾਨਕਾਣਾ ਸਾਹਿਬ ਰਾਏ ਬੁਲਾਰ ਦੀ, ਮੈਨੂੰ ਫਿਗਰਸ ਗਲਤ ਹੋ ਸਕਦੇ ਹੈ, ਸੋ 48,000 ਏਕੜ ਜ਼ਮੀਨ ਉਹਨਾਂ ਦੀ ਮਲਕੀਅਤ ਸੀਗੀ, ਔਰ 24,000 ਉਹਦੇ ਚੋਂ ਅੱਧੀ ਪ੍ਰਾਪਰਟੀ ਰਾਏ ਬੁਲਾਰ ਨੇ ਗੁਰੂ ਨਾਨਕ ਨੂੰ ਮੱਥਾ ਟੇਕ ਦਿੱਤੀ। ਸਾਹਿਬ ਨੇ ਕਦੇ ਮੰਗੀ ਨਹੀਂ, ਕਦੇ ਕਿਹਾ ਨਹੀਂ, ਬਟ ਜਦੋਂ ਅਸੀਂ ਕਿਸੇ ਐਸੇ ਪੁਰਸ਼ ਦੇ ਨਾਲ ਹੁੰਦੇ ਹਾਂ ਜਿੱਥੇ ਸਾਡਾ ਮਨ ਪ੍ਰੇਮ ਵਿੱਚ ਭਰ ਜਾਂਦਾ ਹੈ ਔਰ ਨਿਰੰਕਾਰ ਦੇ ਦਰਸ਼ਨ ਹੋ ਜਾਂਦੇ ਹਨ ਇੱਕ ਤਰ੍ਹਾਂ, ਤਾਂ ਫਿਰ ਕਾਬੂ ਨਹੀਂ ਰਹਿੰਦਾ। ਮਾਨ ਸਨਮਾਨ ਦੀ ਵਿਧੀ ਜੋ ਸਾਨੂੰ ਲੱਭਦੀ ਹੈ ਅਸੀਂ ਕਰਦੇ ਹਾਂ। ਬੇਬੇ ਨਾਨਕੀ ਤੋਂ ਬਾਅਦ ਰਾਏ ਬੁਲਾਰ ਦੂਜੇ ਸਿੱਖ ਸਨ। ਰਾਏ ਬੁਲਾਰ ਪੱਠੀ, ਪਰ ਸਾਹਿਬ ਨੇ ਉਸ ਜ਼ਮੀਨ 'ਚ ਤਾਂ ਵਾਸਾ ਹੀ ਨਹੀਂ ਕੀਤਾ, ਔਰ ਲੱਗਦਾ ਹੈ ਕਿ ਉੱਥੋਂ ਕੋਈ ਪੈਸਾ ਵੀ ਲਿਆ ਨਹੀਂ। ਇੱਕ ਬੜੀ ਮੂਵਿੰਗ ਜਿਹਾ ਐਕਸਪੀਰੀਅੰਸ ਹੈ, ਕਿਉਂਕਿ ਜੀਵਨ ਵਿੱਚ ਸਾਨੂੰ ਕਈ ਵਾਰ ਇਹ ਲੱਗਦਾ ਹੈ ਕਿ ਅਗਰ ਵੈਲਥ ਮਿਲ ਜਾਂਦੀ ਹੈ ਤੇ ਲੋਟਸ ਆਫ ਪ੍ਰੋਬਲਮਸ ਗੈਟ ਸੋਲਵਡ, ਬਟ ਕਿਸੇ ਨੂੰ ਕੋਈ ਫਰਕ ਹੀ ਨਹੀਂ ਪੈਂਦਾ। ਉਲਟਾ ਹਜੂਰ ਉਸ ਤੋਂ ਬਾਅਦ ਕਈ ਉਦਾਸੀਆਂ ਤੇ ਨਿਕਲੇ ਹਨ। ਔਰ ਜਦੋਂ ਵਾਪਸ ਆਏ ਹਨ ਤਾਂ ਨਾਨਕਾਣਾ ਸਾਹਿਬ ਨਹੀਂ ਗਏ ਹਨ। ਕਰਤਾਰਪੁਰ ਵਿੱਚ 18 ਸਾਲ 1521 ਤੋਂ 1539 ਤੱਕ ਰਹੇ। ਉੱਥੇ ਖੇਤੀ ਕਰਦੇ ਰਹੇ। ਇੱਕ ਵੱਡੇ ਜ਼ਮੀਂਦਾਰ ਨੂੰ ਕੋਈ ਖੇਤੀ ਦੀ ਲੋੜ ਨਹੀਂ ਹੈ, ਪਰ ਇੱਥੇ ਕੁਛ ਵੱਖਰਾਪਨ ਹੈ। ਇੱਕ ਇਹੋ ਜਿਹੇ ਜਨ ਦਾ ਜਿਸ ਨੂੰ ਲਗਨ ਹੈ ਜੀਣ ਦੀ ਇੱਕ ਤਰੀਕੇ ਨਾਲ, ਔਰ ਉਹਦੇ ਵਿੱਚ ਆਲਸ ਨਹੀਂ ਜਗ੍ਹਾ ਰੱਖਦਾ। ਸਾਹਿਬ ਅਵੇਅਰ ਹਨ ਜਿਹੜੀ ਰਾਈਟ ਸਪਿਰਿਚੁਅਲਿਟੀ ਹੈ, ਔਰ ਉਸ ਦੇ ਕਾਰਨ ਹਜੂਰ ਸਿੱਧਾਂ ਦੇ ਕੋਲ ਜਾ ਕੇ ਉਹਨਾਂ ਨਾਲ ਸਪਿਰਿਚੁਅਲ ਡਿਸਕੋਰਸ ਕਰਦੇ ਹਨ। ਔਰ ਇਸ ਪੌੜੀ ਵਿੱਚ ਲੋਰੀਪਾ ਗੁਰੂ ਸਾਹਿਬ ਨੂੰ ਕਹਿ ਰਿਹਾ ਹੈ, ਸਾਨੂੰ ਵੀ ਕਹਿ ਰਿਹਾ ਹੈ। ਸਾਡੇ ਲੋਕਾਂ ਦਾ ਵੀ ਕਈ ਵਾਰ ਐਟੀਟਿਊਡ ਹੁੰਦਾ ਹੈ ਜੋ ਇਸ ਪੌੜੀ ਦੇ ਵਿੱਚ ਪ੍ਰਗਟ ਹੋ ਰਿਹਾ ਹੈ। ਹਾਟੀ ਬਾਟੀ ਰਹੇ ਨਿਰਾਲੇ, ਰੁੱਖ ਬਿਰਖ ਉਦਿਆਨੇ, ਕੰਦ ਮੂਲ ਆਹਾਰੋ ਖਾਈਏ, ਔਦ ਬੋਲੇ ਔਦੂ ਬੋਲੇ ਗਿਆਨੇ। ਹਾਟੀ ਬਾਟੀ, ਹੱਟੀ ਵਰਡ ਕੋਰ ਵਰਡ ਤੋਂ ਆਉਂਦਾ ਹੈ ਟ੍ਰੇਡਿੰਗ ਤੋਂ। ਹੱਟ, ਹੱਟੀ ਇੱਕ ਦੁਕਾਨ, ਔਰ ਇਸ ਹੱਟੀ ਤੋਂ ਇੱਕ ਬਾਟੀ ਸ਼ਬਦ ਹੈ, ਉਸ ਤੋਂ ਮਤਲਬ ਹੈ ਰਸਤਾ, ਹਾਈਵੇਜ਼, ਸੜਕਾਂ। ਇੱਥੇ ਚੱਲਦਾ ਮਨ ਚੱਲਦਾ ਰਹਿੰਦਾ ਹੈ। ਇਹਨਾਂ ਹਾਟੀ ਔਰ ਬਾਟੀ ਦੇ ਵਿੱਚ ਉਹ ਦੁਨੀਆ ਹੈ ਜਿੱਥੇ ਅਸੀਂ ਔਰ ਤੁਸੀਂ ਜੀਂਦੇ ਹਾਂ। ਯੋਗੀਆਂ ਦਾ ਇੱਕ ਥਾਟ ਪ੍ਰੋਸੈਸ ਹੈ ਕਿ ਇਸ ਸਭ ਵਿੱਚ ਕੁਝ ਨਹੀਂ ਹੈ। ਉਹ ਕਹਿੰਦੇ ਨੇ ਅਸੀਂ ਇਸ ਤੋਂ ਨਿਰਾਲੇ ਰਹਿੰਦੇ ਹਾਂ, ਅਸੀਂ ਇਸ ਤੋਂ ਦੂਰ ਰਹਿੰਦੇ ਹਾਂ, ਅਸੀਂ ਇਹ ਛੱਡ ਦਿੱਤਾ ਹੈ। ਰੁੱਖ ਬਿਰਖ ਉਦਿਆਨੇ, ਅਸੀਂ ਰਹਿੰਦੇ ਹਾਂ ਪੇੜਾਂ ਵਿੱਚ, ਜੰਗਲਾਂ ਵਿੱਚ।
ਜਿੱਥੇ ਜੰਗਲ ਹਨ ਉੱਥੇ ਸਾਡਾ ਵਾਸਾ ਹੈ। ਪੇੜ ਪੌਦੇ ਔਰ ਜੰਗਲਾਂ ਦੇ ਵਿੱਚ ਸਾਡਾ ਵਾਸਾ ਰਹਿੰਦਾ ਹੈ। ਉਹ ਇਸ ਵਿੱਚ ਮਾਣ ਮਹਿਸੂਸ ਕਰਦੇ ਹਨ। ਫਿਰ ਉਹ ਦੱਸਦੇ ਹਨ, ਕੰਦ ਮੂਲ ਆਹਾਰੋ ਖਾਈਏ, ਔਦੂ ਬੋਲੇ ਗਿਆਨੇ। ਅਸੀਂ ਜੜ੍ਹਾਂ ਦਾ, ਜਿਹੜੀ ਜੜ ਪੇੜਾਂ ਦੀ ਹੁੰਦੀ ਹੈ, ਉਹ ਖਾਂਦੇ ਹਾਂ। ਕੰਦ ਮੂਲ ਇਹ ਸਾਡਾ ਆਹਾਰ ਹੈ, ਅਸੀਂ ਇਹਨੂੰ ਕੁੱਕ ਨਹੀਂ ਕਰਦੇ। ਔਦੂ ਬੋਲੇ ਗਿਆਨੇ। ਔਦੂ ਮਤਲਬ ਸਾਧੂ, ਯੋਗੀ ਪਹੁੰਚਿਆ ਯੋਗੀ। ਇਹ ਗਿਆਨੇ, ਇਹ ਸਾਡਾ ਰਸਤਾ ਹੈ। ਦਿਸ ਇਜ਼ ਆਰ ਵੇ। ਇਹ ਆਈਡੈਂਟਿਟੀ ਦੀ ਗੱਲ ਚੱਲ ਰਹੀ ਹੈ। ਉਹ ਸਾਹਿਬ ਦੇ ਅੱਗੇ ਇੱਕ ਆਈਡੈਂਟਿਟੀ ਕ੍ਰੀਏਟ ਕਰ ਰਹੇ ਹਨ, ਸਾਡੇ ਅੱਗੇ ਵੀ ਕਰਦੇ ਹਨ। ਤਾਂ ਮਹਾਰਾਜ ਫਿਰ ਕੀ ਦੱਸਦੇ ਹਨ ਅੱਗੇ? ਫਿਰ ਉਹ ਕਹਿੰਦੇ ਹਨ ਕਿ ਤੀਰਥ ਨਾਈਏ, ਸੁਖ ਫਲ ਪਾਈਏ। ਕਿ ਅਸੀਂ ਤੀਰਥ ਤੇ ਜਾਂਦੇ ਹਾਂ, ਸੁਖ ਦੇ ਫਲ ਪਾਉਂਦੇ ਹਾਂ। ਜਿਵੇਂ ਇੱਕ ਅੰਗਰੇਜ਼ੀ ਦੀ ਸੇਇੰਗ ਹੈ, ਮੂਵਿੰਗ ਸਟੋਨ ਗੈਦਰਸ ਨੋ ਮੋਸ। ਜਿਵੇਂ ਅਸੀਂ ਟੁਰਦੇ ਰਹਿੰਦੇ ਹਾਂ ਔਰ ਅਸੀਂ ਇਸੇ ਟੁਰਨ ਵਿੱਚ ਤੀਰਥਾਂ ਵਿੱਚ ਜਾਂਦੇ ਰਹਿੰਦੇ ਹਾਂ। ਤੀਰਥ ਨਾਈਏ, ਸੁਖ ਫਲ ਪਾਈਏ, ਮੈਲ ਨਾ ਲਾਗੇ ਕਾਈ। ਸਾਡੇ ਫਿਰ ਮੈਲ ਨਹੀਂ ਲੱਗਦੀ। ਅਸੀਂ ਧੋਂਦੇ ਰਹਿੰਦੇ ਹਾਂ ਆਪਣੇ ਆਪ ਨੂੰ, ਇਸ਼ਨਾਨ ਕਰਦੇ ਰਹਿੰਦੇ ਹਾਂ ਤੀਰਥਾਂ 'ਤੇ। ਇੱਕ ਜਗ੍ਹਾ ਰਹਿੰਦੇ ਹਾਂ, ਫਿਰ ਅਗਲੀ ਜਗ੍ਹਾ ਚਲੇ ਜਾਂਦੇ ਹਾਂ। ਸਰੀਰ ਵਿੱਚ ਬਦਲਾਵ ਲਿਆਂਦੇ ਰਹਿੰਦੇ ਹਾਂ। ਇਹ ਇਹਨਾਂ ਦਾ ਤੀਰਥ ਹੈ, ਪਿਲਗ੍ਰਿਮੇਜ ਹੈ, ਜਿੱਥੇ ਇਹਨਾਂ ਨੂੰ ਆਪਣੀ ਟਰਾਂਸਫੋਰਮੇਸ਼ਨ ਮਿਲਦੀ ਹੈ। ਹਾਊ ਦੇ ਗੇਨ ਦੇਅਰ ਸਪਿਰਿਚੁਅਲਿਟੀ। ਗੋਰਖਪੂਤ ਲਾਹੌਰੀਪਾ ਬੋਲੇ, ਜੋਗ ਜੁਗਤ ਬਿਦ ਸਾਈ। ਗੋਰਖ ਦਾ ਪੁੱਤ ਲਾਹੌਰੀਪਾ ਬੋਲਦਾ ਹੈ, ਇਹ ਜੋਗੀ ਦੀ ਜੁਗਤ ਹੈ, ਇਹੀ ਬਿਦ ਹੈ ਸਾਈ। ਇਹ ਮੈਥਡ ਹੈ, ਜੁਗਤ ਹੈ। ਜੋਤ ਔਰ ਜੁਗਤ ਇਹ ਹਰ ਧਰਮ ਵਿੱਚ ਨਾਲ ਨਾਲ ਚੱਲਦੀ ਹੈ। ਇਹ ਤਿੰਨ ਹਨ, ਜੋਗ ਜੁਗਤ ਔਰ ਕਾਇਆ। ਤਾਂ ਇਹਨਾਂ ਨੇ ਆਪਣੀ ਜੁਗਤ ਦੱਸੀ ਹੈ, ਮੈਥਡ ਦੱਸਿਆ ਹੈ। ਦੇ ਆਰ ਪੁਟਿੰਗ ਬਿਫੋਰ ਗੁਰੂ ਨਾਨਕ ਦੇਅਰ ਵੇ ਆਫ ਸਪਿਰਿਚੁਅਲਿਟੀ। ਸਾਹਿਬ ਇਸ ਨੂੰ ਬੜੀ ਜ਼ੋਰ ਦੀ ਪਕੜਦੇ ਹਨ। ਇਸ ਅਪਰੋਚ ਨੂੰ ਉਸੇ ਤਰ੍ਹਾਂ ਸਮਝਾਉਂਦੇ ਹਨ ਜਿਸ ਤਰ੍ਹਾਂ ਜੀਵਨ ਵਿੱਚ ਕਿਸੇ ਨੂੰ ਸਮਝਾਉਣਗੇ। ਉਹਨਾਂ ਦੀ ਹੀ ਗੱਲ ਤੋਂ ਸ਼ੁਰੂ ਕਰਦੇ ਹਨ। ਹਾਟੀ ਬਾਟੀ ਨੀਂਦ ਨਾ ਆਵੇ, ਪਰ ਘਰ ਚਿੱਤ ਨਾ ਡੋਲਾਈ। ਇਹ ਹੁਣ ਗੁਰੂ ਨਾਨਕ ਸਾਹਿਬ ਦੀ ਸਪਿਰਿਚੁਅਲਿਟੀ ਸਾਹਮਣੇ ਆਉਂਦੀ ਹੈ। ਸਾਹਿਬ ਉਸੇ ਹਾਟੀ ਬਾਟੀ ਦੀ ਗੱਲ ਕਰਦੇ ਹਨ। ਜੀਵਨ ਦੇ ਵਿੱਚ ਦੁਕਾਨ ਹੈ, ਜੀਵਨ ਦੇ ਵਿੱਚ ਰਸਤੇ ਹਨ, ਸ਼ਹਿਰ ਹਨ। ਹਟ ਪੱਟਣ ਦੀ ਅੱਗੇ ਗੱਲ ਚੱਲੇਗੀ। ਮਹਾਰਾਜ ਕਹਿੰਦੇ ਨੇ, ਅਸੀਂ ਤਾਂ ਇਸ ਦੁਨੀਆ ਵਿੱਚ ਰਹਿੰਦੇ ਹੋਏ ਸੌਂਦੇ ਨਹੀਂ ਹਾਂ। ਸੌਣ ਦਾ ਕੀ ਮਤਲਬ ਹੈ? ਸੌਣ ਤੋਂ ਕੀ ਭਾਵ ਹੈ? ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਬੜਾ ਪਿਆਰਾ ਸ਼ਬਦ ਹੈ, ਜਾਗ ਲਿਓ ਰੇ ਮਨਾ ਜਾਗ ਲਿਓ, ਕਾਹੇ ਗਾਫਲ ਸੋਇਆ। ਜੋ ਤਨ ਉਪਜਿਓ ਸੰਗ ਹੀ, ਸੋ ਵੀ ਸੰਗ ਨਾ ਹੋਆ। ਇਹ ਗੱਲ ਅਸੀਂ ਸਮਝਣੀ ਹੈ ਕਿ ਨੀਂਦ ਦਾ ਸਪਿਰਿਚੁਅਲ ਲੈਵਲ 'ਚ ਕੀ ਮਤਲਬ ਉੱਠਦਾ ਹੈ।
ਇੱਕ ਤੇ ਫਿਜ਼ੀਕਲ ਨੀਂਦਰ ਹੈ ਜਿਹੜੀ ਅਸੀਂ ਲੈਂਦੇ ਹਾਂ, ਪਰ ਜਦੋਂ ਮਨ ਸੁੱਤਾ ਹੋਏ ਤਾਂ ਮਨ ਦੁਨੀਆ ਦੀ ਰਿਐਲਿਟੀ ਬਾਰੇ ਅਨਅਵੇਅਰ ਹੈ। ਉਹ ਸੁੱਤਾ ਮਨ ਹੈ, ਕਾਹੇ ਗਾਫਲ ਸੋਇਆ। ਜੋ ਤਨ ਉਪਜਿਓ ਸੰਗ ਹੀ, ਸੋ ਵੀ ਸੰਗ ਨਾ ਹੋਆ। ਇਹ ਦੁਨੀਆ ਅਸੀਂ ਛੱਡ ਕੇ ਜਾਣੀ ਹੈ, ਇਸ ਅਵੇਅਰਨੈਸ ਨੂੰ ਗਾਫਲ ਹੋ ਗਿਆ, ਭੁੱਲ ਗਿਆ, ਇਹ ਮਨ ਸੋ ਗਿਆ। ਜੋ ਅਸਲ ਗੋਲ ਹੈ ਦੁਨੀਆ ਦਾ, ਉਹ ਸਾਈਡ ਤੇ ਰਹਿ ਗਿਆ, ਉਹਦੇ ਚ ਗੁਆਚ ਗਿਆ। ਮਹਾਰਾਜ ਕਹਿੰਦੇ ਨੇ ਹਾਟੀ ਬਾਟੀ ਨੀਂਦ ਨਾ ਆਵੇ। ਅਸੀਂ ਇਸੇ ਦੁਨੀਆ ਵਿੱਚ ਰਹਿਣਾ ਹੈ, ਪਰ ਜੋ ਅਸਲ ਗੋਲ ਹੈ ਜੀਵਨ ਦਾ, ਉਹਦੇ ਵਾਸਤੇ ਗਾਫਲ ਨਹੀਂ ਰਹਿਣਾ, ਉਸ ਨੂੰ ਭੁਲਾ ਨਹੀਂ ਦੇਣਾ। ਮਨ ਕਰਕੇ ਸੁਚੇਤ ਰਹਿਣਾ, ਮਨ ਕਰਕੇ ਜਾਗਰਤ ਰਹਿਣਾ ਕਿ ਮਨ ਦੇ ਵਿੱਚ ਕਮਾਈ ਕਰਨੀ ਹੈ। ਮਨ ਦੀ ਮੇਰੀ ਕੀ ਅਵਸਥਾ ਹੈ, ਸੁਰਤ ਔਰ ਸ਼ਬਦ ਦੀ ਕਮਾਈ ਵੱਲ ਮੇਰਾ ਮਨ ਲੱਗਿਆ ਰਹੇ। ਇਹ ਗੁਰੂ ਨਾਨਕ ਸਾਹਿਬ ਦੀ ਅਸੀਸ ਹੈ ਆਪਣੇ ਸਿੱਖ ਨੂੰ। ਮਹਾਰਾਜ ਕਹਿੰਦੇ ਨੇ ਇਸੇ ਦੁਨੀਆ ਵਿੱਚ ਰਹਿੰਦੇ ਹੋਏ ਗਾਫਲ ਨਹੀਂ ਹੋਣਾ, ਦੁਨੀਆ ਦਾ ਸੱਤ ਜਾਣ ਕੇ ਜੀਵਨ ਜੀਣਾ ਹੈ। ਫਿਰ ਨਾਲ ਇੱਕ ਬੜਾ ਉੱਤਮ ਬਚਨ ਕਰਦੇ ਹਨ, ਪਰ ਘਰ ਚਿੱਤ ਨਾ ਡੋਲਾਈ। ਪਰਾਏ ਦੇ ਘਰ ਵਿੱਚ ਦੇਖਦੇ ਹੋਏ ਮੇਰਾ ਮਨ ਨਹੀਂ ਡੋਲੇ। ਕਮਾਲ ਦੀ ਗੱਲ ਹੈ। ਇਹ ਸਾਹਿਬ ਗੱਲ ਕਿਉਂ ਵਿੱਚ ਲੈ ਆਇਆ, ਇਸ ਨੂੰ ਸਮਝਣਾ ਜ਼ਰੂਰੀ ਹੈ, ਕਿਉਂਕਿ this is one of the errors in which the whole world is trapped. ਕਿਵੇਂ ਹੈ ਉਸ ਨੂੰ ਅਸੀਂ ਜਾਣੀਏ। ਵੈਸਟ ਦਾ ਇੱਕ ਬੜਾ ਵੱਡਾ ਫਿਲਾਸਫਰ ਹੋਇਆ ਯੋ ਪੌਲ ਸਾਤਰ, ਔਰ ਉਸਨੇ ਇੱਕ ਗੱਲ ਕੀਤੀ ਹੈ ਮਨ ਬਾਰੇ। ਉਹ ਕਹਿੰਦਾ ਹੈ ਕਿ ਹੈਲ ਇਜ਼ ਦੀ ਅਦਰ ਪੀਪਲ। ਨਰਕ ਜਿਹੜਾ ਹੈ ਉਹ ਦੂਸਰਾ ਇਨਸਾਨ ਹੈ, ਦੂਜੇ ਲੋਕ ਨਰਕ ਹਨ। ਇਸ ਤੋਂ ਭਾਵ ਕੀ ਹੈ? ਦੀ ਅਦਰ ਇਜ਼ ਹੈਲ। ਅਗਰ ਮੈਂ ਆਪਣਾ ਜੀਵਨ ਬਾਹਰ ਮੁਖੀ ਕਰਾਂਗਾ ਤਾਂ ਮੈਂ ਦੂਸਰੇ ਦੇ ਰੈਫਰੈਂਸ ਲੈ ਕੇ ਆਪਣਾ ਜੀਵਨ ਜੀਵਾਂਗਾ, ਫਿਰ ਮੈਂ ਬਾਹਰ ਵੱਲ ਹੀ ਦੇਖਦਾ ਰਹਾਂਗਾ। ਕਿਹੜੀ ਵਸਤੂ ਮੇਰੇ ਕੋਲ ਨਹੀਂ ਹੈ ਜੇ ਦੂਸਰੇ ਕੋਲ ਹੈ? ਕਿਸ ਤਰ੍ਹਾਂ ਮੇਰਾ ਜੀਵਨ ਘੱਟ ਸੁਖੀ ਹੈ, ਦੂਸਰਾ ਜ਼ਿਆਦਾ ਸੁਖੀ ਹੈ? ਦੂਸਰੇ ਦੇ ਜੀਵਨ ਵਿੱਚ ਕੀ ਹੈ ਜੋ ਮੇਰੇ ਕੋਲ ਨਹੀਂ ਹੈ? ਤਾਂ ਮੇਰੇ ਮਨ ਦੇ ਰੈਫਰੈਂਸ ਪੁਆਇੰਟ ਬਾਹਰਲੀ ਇੰਡੀਕੇਟਰਸ ਬਣ ਜਾਣਗੇ, ਦੀ ਅਦਰ ਬਣ ਜਾਏਗਾ। ਤਾਂ ਮੇਰੇ ਜੀਵਨ ਦਾ ਕੰਟਰੋਲ ਮੇਰੇ ਕੋਲ ਨਹੀਂ ਰਿਹਾ, ਬਾਹਰ ਚਲਾ ਗਿਆ। ਹੁਣ ਦੂਸਰੇ ਇਨਸਾਨ ਨੂੰ ਦੇਖਦੇ ਹੋਏ ਮੈਂ ਆਪਣਾ ਜੀਵਨ ਜੀਵਾਂਗਾ, ਔਰ ਇਹ ਯੋ ਪੌਲ ਸਾਤਰ ਕਹਿੰਦਾ ਹੈ ਨਰਕ ਹੈ। ਗੁਰੂ ਸਾਹਿਬ ਲੱਗਦਾ ਇਹੀ ਗੱਲ ਸਾਨੂੰ ਸਮਝਾ ਰਹੇ ਹਨ। ਜਿਹੜੀ ਗੱਲ ਸਾਹਿਬ ਨੇ ਸਾਨੂੰ ਦੱਸੀ ਹੈ ਇਹ ਬਹੁਤ ਉੱਤਮ ਗੱਲ ਹੈ, ਚਾਹੇ ਉਹ ਕਿਸੇ ਵੀ ਮੈਟਰ ਵਿੱਚ ਲੱਗੇ। ਅਗਰ ਸਾਨੂੰ ਆਪਣਾ ਸੁੱਖ ਬਾਹਰ ਦੂਸਰੇ ਦੇ ਘਰ ਵਿੱਚ ਦਿਖੇਗਾ ਤਾਂ ਮੇਰਾ ਘਰ ਨਰਕ ਹੋ ਗਿਆ। ਪਰ ਘਰ ਚਿੱਤ ਨਾ ਡੋਲਾਈ। ਦੂਸਰੇ ਦੇ ਘਰ ਨੂੰ ਦੇਖ ਕੇ ਚਿੱਤ ਨਹੀਂ ਡੋਲਣਾ ਚਾਹੀਦਾ। ਦੂਸਰੇ ਦੇ ਓਨਰਸ਼ਿਪ, ਦੂਸਰੇ ਦੀ ਰਿਲੇਸ਼ਨਸ਼ਿਪਸ, ਦੂਸਰੇ ਦਾ ਅਹੁਦਾ, ਦੂਸਰੇ ਦਾ ਸਟੇਟਸ, ਜਿਵੇਂ ਅਸੀਂ ਇੱਕ ਰੇਸ ਵਿੱਚ ਉਤਰ ਗਏ ਹਾਂ,
ਔਰ ਉਸ ਰੇਸ ਦਾ ਰੈਫਰੈਂਸ ਪੁਆਇੰਟ ਅਸੀਂ ਬਾਹਰ ਦੇ ਦਿੱਤਾ ਹੈ। ਹੁਣ ਦੂਸਰੇ ਨੂੰ ਦੇਖ ਕੇ ਮੈਂ ਦੌੜਦਾ ਰਹਾਂਗਾ ਤਾਂ ਮੈਂ ਹਮੇਸ਼ਾ ਹਾਰਾਂਗਾ ਹੀ, ਕਿਉਂਕਿ ਕੋਈ ਨਾ ਕੋਈ ਤਾਂ ਹਮੇਸ਼ਾ ਮੇਰੇ ਅੱਗੇ ਹੋਏਗਾ। ਬਿਨ ਨਾਵੇਂ ਮਨ ਟੇਕ ਨਾ ਟਿਕਈ, ਨਾਨਕ ਭੂਖ ਨਾ ਜਾਈ। ਕੱਲ ਸਾਹਿਬ ਨੇ ਸਾਨੂੰ ਉਪਦੇਸ਼ ਕੀਤਾ ਸੀ ਕਿ ਨਾਨਕ ਨਾਮ ਆਧਾਰੇ, ਜੀਵਨ ਦਾ ਆਧਾਰ, ਫਾਊਂਡੇਸ਼ਨ, fundamental rule of life should be guided by Naam. When I am immersed myself in love of God, where I have lost my identity and I have found a new identity, where I have found love, I have immersed my search for a new identity in the world, and this is the identity I find. ਉਸ ਪ੍ਰੇਮ ਨਾਲ ਮੇਰਾ ਮਨ ਭਿੱਜ ਜਾਂਦਾ ਹੈ। ਫਿਰ ਮੈਨੂੰ ਬਾਹਰ ਦੀ ਕੋਈ ਦੌੜ ਨਹੀਂ ਰਹਿੰਦੀ, ਇੱਕ ਤ੍ਰਿਪਤਤਾ, ਸੇਸ਼ੀਏਸ਼ਨ ਮਨ ਦੇ ਵਿੱਚ ਰਹਿ ਜਾਂਦੀ ਹੈ। ਐਂਡ ਦੈਟਸ ਵਾਟ ਵੀ ਆਰ ਆਲ ਲੁਕਿੰਗ ਫॉर, ਕੰਪਲੀਟਨੈਸ। ਔਰ ਉਹ ਮਨ ਦੀ ਤਹਿ ਤੇ ਹੀ ਹੁੰਦੀ ਹੈ, ਪਦਾਰਥ ਦੀ ਤਹਿ ਤੇ ਨਹੀਂ ਹੁੰਦੀ। I may own the whole world, but I still will be incomplete without my spiritual reality. And I may not want anything, and I may be completely satiated. ਮਹਾਰਾਜ ਕਹਿੰਦੇ ਨੇ ਕਿ ਪਰਾਏ ਦੇ ਘਰ ਨੂੰ ਦੇਖ ਕੇ ਮੇਰਾ ਚਿੱਤ ਨਾ ਡੋਲੇ। ਔਰ ਉਹ ਕਿਵੇਂ ਹੋਏਗਾ? ਜਦੋਂ ਮੈਂ ਨਾਮ ਨਾਲ ਜੁੜਾਂਗਾ। ਬਿਨ ਨਾਵੇਂ ਮਨ ਟੇਕ ਨਾ ਟਿਕਈ। ਮਨ ਨੂੰ ਟਿਕਾਣਾ ਹੈ, ਮਨ ਨੂੰ ਖੜਾ ਕਰਨਾ ਹੈ, ਮਨ ਨੂੰ ਥਿਰ ਕਰਨਾ ਹੈ। ਇਹ ਸਾਰੀ ਗੱਲ ਮਨ ਦੀ ਤਹਿ ਤੇ ਵਰਤਦੀ ਹੈ, ਫਿਜ਼ੀਕਲ ਲੈਵਲ ਤੇ ਨਹੀਂ ਵਰਤਦੀ। ਸਿੱਖੀ ਦੇ ਵਿੱਚ ਇਸ ਕਰਕੇ ਤੀਰਥ ਵੀ ਨਾਮ ਦੀ ਹੀ ਗੱਲ ਹੈ। ਤੀਰਥ ਨਾਮਣ ਜਾਓ, ਤੀਰਥ ਨਾਮ ਹੈ। ਨਿਰੰਕਾਰ ਦਾ ਨਾਮ ਲੈਣਾ ਉਹ ਤੀਰਥ ਹੈ। ਮੈਂ ਚੱਲਦਾ ਹੋਇਆ ਕਿਸੇ ਮਸਤੀ ਵਿੱਚ ਨਿਰੰਕਾਰ ਦੀ ਯਾਦ ਵਿੱਚ ਡੁੱਬ ਗਿਆ, ਤੀਰਥ ਵਿੱਚ ਡੁੱਬ ਗਿਆ। ਮੇਰਾ ਮਨ ਭਿੱਜ ਗਿਆ, ਆਨੰਦ ਦੀ ਤਰੰਗਾਂ ਉੱਠ ਗਈਆਂ, ਪ੍ਰੇਮ ਆ ਗਿਆ, ਤੀਰਥ ਆ ਗਿਆ। ਬਾਜ਼ਾਰ ਵਿੱਚ ਖੜੇ ਹੋ ਕੇ ਵੀ ਤੀਰਥ ਵਿੱਚ ਹੈ। ਸ਼ਹਿਰ ਦੇ ਵਿੱਚ ਰਹਿ ਕੇ ਵੀ ਮਨ ਆਨੰਦ ਹੈ। ਆਈਡੈਂਟਿਟੀ ਬਾਹਰ ਦੀ ਮੈਟਰ ਨਹੀਂ ਕਰਦੀ। ਜਦੋਂ ਅਸੀਂ ਮਨ ਦੇ ਲੈਵਲ ਤੇ ਉੱਤੇ ਸਪਿਰਿਚੁਅਲਿਟੀ ਨੂੰ ਅੰਡਰਸਟੈਂਡ ਕਰਨਾ ਸ਼ੁਰੂ ਕਰ ਦਈਏ, ਮਨ ਨੂੰ ਸੰਭਾਲਣਾ ਸ਼ੁਰੂ ਕਰੀਏ। ਮਹਾਰਾਜ ਸਾਨੂੰ ਇੱਕ ਬਹੁਤ ਡੂੰਘੀ ਵਿਚਾਰ ਵੱਲ ਲਿਜਾ ਰਹੇ ਹਨ। ਬਿਨ ਨਾਵੇਂ ਮਨ ਟੇਕ ਨਾ ਟਿਕਈ, ਨਾਨਕ ਭੂਖ ਨਾ ਜਾਈ। ਭੁੱਖ ਨਹੀਂ ਜਾਂਦੀ, ਬਿਨਾਂ ਨਾਮ ਦੇ ਭੁੱਖ ਨਹੀਂ ਜਾਏਗੀ। ਕੁਛ ਮਰਜ਼ੀ ਕਰ ਲਈਏ, ਸਾਰੀ ਦੁਨੀਆ ਦੀ ਵੈਲਥ ਮੈਨੂੰ ਮਿਲ ਜਾਏ, ਸਾਰੇ ਸੁਪਰ ਫੂਡਸ ਮਿਲ ਜਾਣ, ਸਭ ਬੈਸਟ ਰਿਲੇਸ਼ਨਸ ਮਿਲ ਜਾਣ, ਬੜੇ ਵੱਡੇ ਅਹੁਦੇ ਮਿਲ ਜਾਣ, ਦੌੜ ਚਲਦੀ ਰਹੇਗੀ। ਦ ਹੈਲ ਇਜ਼ ਦੀ ਅਦਰ ਪੀਪਲ। ਕਿਉਂਕਿ ਬਾਹਰ ਮੁਖੀ ਜੀਵਨ ਵਿੱਚ ਨਰਕ ਹੀ ਮਿਲੇਗਾ, ਅਧੂਰਾਪਨ ਹੀ ਮਿਲੇਗਾ। ਮੈਂ ਆਪਣੇ ਘਰੋਂ ਨਿਕਲਦਾ ਵਾਂ ਸੋਚ ਕੇ ਕਿ ਮੈਂ ਆਪਣੇ ਮਿੱਤਰ ਦੇ ਘਰ ਜਾਣਾ ਹੈ। ਇੱਕ ਥਾਟ ਚੱਲ ਗਈ। ਹੁਣ ਜਦ ਤੱਕ ਉੱਥੇ ਨਹੀਂ ਪਹੁੰਚਾਂਗਾ, ਮਨ ਸ਼ਾਂਤ ਨਹੀਂ ਹੋਏਗਾ। ਮਨ ਕੰਪਲੀਟਨੈਸ ਲੱਭਦਾ ਹੈ। ਸਾਰੀ ਸ੍ਰਿਸ਼ਟੀ ਦਾ ਲਾਅ ਹੈ। ਹਰ ਜਗ੍ਹਾ ਕੰਪਲੀਟਨੈਸ, ਬੈਲੈਂਸ ਵੱਲ ਜੀਵਨ ਟਿਕਿਆ ਹੋਇਆ ਹੈ। ਜਿੱਥੇ ਵੀ ਬੈਲੈਂਸ ਹਿਲੇਗਾ, ਜੀਵਨ ਹਿਲ ਜਾਏਗਾ। ਜਦੋਂ ਅਸੀਂ ਜੀਵਨ ਵਿੱਚ ਜੀਂਦੇ ਹਾਂ
ਪਰ ਅਸੀਂ ਆਪਣਾ ਸੱਤ ਭੁੱਲ ਜਾਂਦੇ ਹਾਂ, ਤਾਂ ਅਸੀਂ ਬਾਹਰ ਦੀ ਆਇਡੈਂਟੀਟੀ ਨਾਲ ਰਿਲੇਟ ਕਰਨਾ ਸ਼ੁਰੂ ਕਰ ਦਿੰਦੇ ਹਾਂ। ਮੈਂ ਕੌਣ ਹਾਂ, ਇਹ ਬਾਹਰ ਮੁਖੀ ਹੋ ਜਾਂਦਾ ਹੈ, ਔਰ ਬਾਹਰ ਇਨਸਟੇਬਿਲਿਟੀ ਹੈ। ਇਸ ਕਰਕੇ ਜਿਤਨੀ ਆਈਡੈਂਟਿਟੀ ਵਰਲਡਲੀ ਮੈਟਰਸ ਨਾਲ ਰਿਲੇਟ ਕਰਦੀ ਹੈ, ਉਤਨਾ ਮਨ ਅਨਸਟੇਬਲ ਹੋਣਾ ਸ਼ੁਰੂ ਹੋ ਜਾਂਦਾ ਹੈ। ਐਂਡ ਇਨਸਟੇਬਿਲਿਟੀ ਇਜ਼ ਹੈਲ, ਟੌਰਚਰ। ਭੁੱਖ ਨਹੀਂ ਜਾਂਦੀ। ਮਹਾਰਾਜ ਕਹਿੰਦੇ ਨਾਮ ਦੇ ਬਿਨਾਂ, ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ, ਨਾਨਕ ਤ੍ਰਿਪਤ ਅਗਾਈ। ਅਗਾਈ ਦਾ ਮਤਲਬ ਪੂਰੀ ਤਰ੍ਹਾਂ ਫੁਲਫਿਲ ਕਰ ਦੇਣਾ। ਨਾਮ ਜਪਣ ਨਾਲ ਸਾਡੀ ਵਾਂਡਰਿੰਗ ਖਤਮ ਹੁੰਦੀ ਹੈ, ਇਨਸਟੇਬਿਲਿਟੀ ਖਤਮ ਹੁੰਦੀ ਹੈ, ਸਾਡੀ ਭੁੱਖਾਂ ਮਿਟਦੀਆਂ ਹਨ, ਔਰ ਇੱਕ ਸੰਤੋਖ ਉਤਰ ਜਾਂਦਾ ਹੈ ਮਨ ਵਿੱਚ, ਪੀਸ ਆਫ ਮਾਈਂਡ ਆ ਜਾਂਦਾ ਹੈ ਸਾਡੇ ਕੋਲ। ਮਹਾਰਾਜ ਯੋਗੀਆਂ ਦੀ ਗੱਲ ਲਈ ਰਿਸਪੌਂਸ ਦੇ ਰਹੇ ਹਨ। ਜਦੋਂ ਯੋਗੀ ਕਹਿੰਦੇ ਹਨ ਕਿ ਅਸੀਂ ਹਾਟੀ ਔਰ ਬਾਟੀ, ਇਸ ਸ਼ਹਿਰ ਔਰ ਦੁਨੀਆ ਤੋਂ, ਇਸ ਵਪਾਰੀ ਦੁਨੀਆ ਤੋਂ ਦੂਰ ਜਾ ਕੇ ਕਮਾਈ ਕਰਦੇ ਆ, ਮਹਾਰਾਜ ਕਹਿੰਦੇ ਉਹਦੀ ਲੋੜ ਨਹੀਂ ਹੈ। ਮਨ ਨੂੰ ਸੰਭਾਲਣਾ ਹੈ, ਨਾਮ ਨਾਲ ਸੰਭਲੇਗਾ, ਇਸ ਦੁਨੀਆ ਵਿੱਚ ਰਹਿੰਦੇ ਹੋਏ ਸੰਭਲੇਗਾ। ਹੁਣ ਇਹਦੇ ਦੋ ਕਾਰਨ ਹਨ। ਇੱਕ ਤਾਂ ਜਦੋਂ ਅਸੀਂ ਦੁਨੀਆ ਨੂੰ ਛੱਡ ਦਿੰਦੇ ਹਾਂ, ਤਾਂ ਜਿਹੜੀ ਲੈਬੋਰੇਟਰੀ ਸਾਨੂੰ ਦਿਖਾਏਗੀ ਕਿ ਅਸਲੀਅਤ ਦੁਨੀਆ ਦੀ ਕੀ ਹੈ, ਅਸੀਂ ਉਹਨੂੰ ਛੱਡ ਦਿੰਦੇ ਹਾਂ। ਸਾਨੂੰ ਇਹ ਸਮਝ ਨਹੀਂ ਆਏਗੀ ਦੁਨੀਆ ਨੂੰ ਛੱਡ ਕੇ ਕਿ ਅਸਲ ਦੁਨੀਆ ਹੈ ਕੀ। ਔਰ ਜਦ ਅਸਲੀਅਤ ਨਹੀਂ ਜਾਣਾਂਗੇ ਤਾਂ ਦੁਨੀਆ ਦੇ ਵਿੱਚੋਂ ਮਨ ਦੀ ਤਹਿ ਤੱਕ ਫਿਰ ਅਸੀਂ ਜਾਣ ਦਾ ਸੰਕਲਪ ਨਹੀਂ ਕਰ ਪਾਵਾਂਗੇ, ਕਿਉਂਕਿ ਸਾਨੂੰ ਦੁਨੀਆ ਦੀ ਰਿਐਲਿਟੀ ਸਮਝ ਹੀ ਨਹੀਂ ਆਏਗੀ, ਅਸੀਂ ਇਹਦੇ 'ਚ ਉਤਰੇ ਹੀ ਨਹੀਂ ਹਾਂ। ਜਿਵੇਂ ਅਸੀਂ ਇੱਕ ਲੈਬੋਰੇਟਰੀ ਦਾ ਐਕਸਪੈਰੀਮੈਂਟ ਕਰਦੇ ਹਾਂ ਐਂਡ ਵੀ ਗੋ ਅਵੇ ਫਰਮ ਦ ਲੈਬੋਰੇਟਰੀ, ਤਾਂ ਜਿਹੜੇ ਕਨਕਲੂਜਨ ਅਸੀਂ ਡਰਾ ਕਰਨੇ ਸੀ ਲੈਬੋਰੇਟਰੀ ਵਿੱਚ ਰਹਿ ਕੇ, ਉਹੀ ਨਹੀਂ ਸਾਨੂੰ ਸਮਝ ਆਉਣਗੇ, ਤਾਂ ਅਸੀਂ ਕੀ ਸਿੱਖਾਂਗੇ। ਲਾਈਫ ਦੇ ਵਿੱਚ ਜੀ ਕੇ ਹੀ, ਲਾਈਫ ਦੇ ਦੁੱਖਾਂ ਔਰ ਸੁੱਖਾਂ ਦੇ ਵਿੱਚੋਂ ਨਿਕਲ ਕੇ ਹੀ ਸਮਝ ਆਏਗਾ ਕਿ ਅਸਲੀਅਤ ਦੁਨੀਆ ਦੀ ਹੈ ਕੀ, ਔਰ ਇੱਥੇ ਲੱਭਣਾ ਕੀ ਹੈ। ਕਿਸੇ ਦੇ ਕਹਿਣ ਨਾਲ ਸਾਡਾ ਮਨ ਨਹੀਂ ਪ੍ਰੇਰਿਆ ਜਾਂਦਾ, ਸਾਡੇ ਐਕਸਪੀਰੀਅੰਸ ਨਾਲ ਪ੍ਰੇਰਿਆ ਜਾਂਦਾ ਹੈ। ਜਦੋਂ ਸਾਨੂੰ ਜੀਵਨ ਦੀ ਵਿੱਚ ਕੌਨਫੀਡੈਂਸ ਆ ਗਿਆ ਕਿ ਇਹ ਜੀਵਨ ਸੱਤ ਨਹੀਂ ਹੈ, then our energies will flow towards finding the meaning, true meaning of life. ਔਰ ਉਹ ਸਾਨੂੰ ਪੇਨ ਸਿਖਾਏਗੀ, ਦਰਦ ਸਿਖਾਏਗਾ। ਪੇਨ ਇਜ਼ ਆਰ ਟੀਚਰ, ਕਿ ਇਹ ਦੱਸੇਗਾ ਕਿ ਕੋਈ ਗਲਤ ਰਾਹ ਚਲੇ ਗਏ ਅਸੀਂ। ਤਾਂ ਇੱਕ ਤਾਂ ਇਹ ਐਕਸਪੀਰੀਅੰਸ ਸਾਡੇ ਹੱਥੋਂ ਨਿਕਲ ਗਿਆ। ਦੂਸਰੀ ਗੱਲ, ਅਸੀਂ ਬਾਹਰ ਮੁਖੀ ਜੀਵਨ ਹੋ ਕੇ ਮਨ ਦੀ ਤਹਿ ਤੇ ਜਿਹੜੀ ਸਪਿਰਿਚੁਅਲਿਟੀ ਕਮਾਣੀ ਸੀ, ਅਸੀਂ ਉਸ ਤੋਂ ਦੂਰ ਚਲੇ ਗਏ। ਗੁਰੂ ਮਹਾਰਾਜ ਕਹਿੰਦੇ ਇਹਦੀ ਲੋੜ ਨਹੀਂ ਹੈ। ਨਾਮ ਨਾਲ ਧਰਮ ਕਮਾਇਆ ਜਾਂਦਾ ਹੈ, ਨਾਮ ਨਾਲ ਆਪਣੀ ਡਿਊਟੀ ਸਮਝ ਆਉਂਦੀ ਹੈ, ਨਾਮ ਨਾਲ ਦੁਨੀਆ ਦਾ ਸੱਚ ਸਮਝ ਆਉਂਦਾ ਹੈ, ਔਰ ਨਾਮ ਨਾਲ ਮਨ ਤ੍ਰਿਪਤ ਹੁੰਦਾ ਹੈ, ਇਹਦੀ ਭੁੱਖਾਂ ਮਿਟਦੀਆਂ ਹਨ। ਹਟ ਪੱਟਨ ਕਰ ਗੁਰ ਦਿਖਾਇਆ, ਸਹਿਜੇ ਸੱਚ ਵਾਪਾਰੋ। ਮਹਾਰਾਜ ਕਹਿੰਦੇ ਨੇ ਕਿ ਹਾਟ ਪੱਟਨ, ਹਾਟ ਉਸੇ ਹੱਟੀ ਦੀ ਗੱਲ ਚੱਲਦੀ ਹੈ, ਪੱਟਨ ਜਿਹੜੇ ਸ਼ਹਿਰ, ਇਹਨਾਂ ਸ਼ਹਿਰਾਂ ਦੇ ਵਿੱਚ ਰਹਿੰਦੇ ਹੋਏ ਆਪਣੇ ਘਰ ਸਮਝ ਆ ਗਿਆ ਮੈਨੂੰ ਕਿੱਥੇ ਹੈ, ਘਰ ਤੋਂ ਕੀ ਭਾਵ ਹੈ। ਦੈਟ ਪੁਆਇੰਟ ਆਫ ਸਟੇਬਿਲਿਟੀ, ਜਿੱਥੇ ਮੈਂ ਸਕੂਨ ਵਿੱਚ ਹਾਂ, ਜਿੱਥੇ ਮੈਂ ਆਪਣੇ ਘਰ ਵਿੱਚ ਹਾਂ, ਸਟੇਬਿਲਿਟੀ ਵਿੱਚ ਹਾਂ, ਮੈਂ ਆਪਣੇ ਘਰ ਵਿੱਚ ਉਤਰ ਗਿਆ, ਆਪਣੀ ਮਨ ਦੇ ਵਿੱਚ ਉਤਰ ਗਿਆ। ਆਫਟਰ ਆਲ ਜੀਵਨ ਦੇ ਸਾਰੇ ਐਕਸਪੀਰੀਐਂਸਿਸ ਤੇ ਮਨ ਦੇ ਥਰੂ ਹੀ ਹੁੰਦੇ ਹਨ।
ਕੋਈ ਐਕਸਪੀਰੀਅੰਸ ਐਸਾ ਨਹੀਂ ਹੈ ਜਿਹੜੀ ਮੇਰੇ ਮਨ ਦੀ ਤਹਿ ਤੇ ਨਹੀਂ ਹੋਏਗਾ। ਮਹਾਰਾਜ ਕਹਿੰਦੇ ਨੇ ਹਾਟ ਪੱਟਨ ਘਰ ਗੁਰ ਦਿਖਾਇਆ। ਇਹ ਜਿਹੜੇ ਟ੍ਰੇਡਿੰਗ ਸੈਂਟਰਸ ਹਨ ਮੇਰੇ ਮਨ ਦੇ ਅੰਦਰ ਹਨ। ਇੱਥੇ ਵਪਾਰ ਚੱਲਦਾ ਹੈ ਮੇਰੇ ਮਨ ਵਿੱਚ। ਕਿਸ ਦਾ ਵਪਾਰ? ਸੱਚ ਦਾ ਵਪਾਰ। ਸਹਿਜੇ ਸੱਚ ਵਪਾਰੋ। ਮੈਂ ਆਪਣੇ ਮਨ ਦੇ ਵਿੱਚ ਉਤਰ ਕੇ ਵਪਾਰ ਕਰਦਾ, ਟ੍ਰੇਡ ਕਰਦਾ। ਸਹਿਜ ਦੇ ਵਿੱਚ ਸੱਚ ਦਾ ਵਪਾਰ ਕਰਦਾ। ਯਾਨੀ ਮੈਂ ਆਪਣੇ ਮਨ ਦੇ ਵਿੱਚ ਸੱਤ ਨੂੰ ਲੱਭਣ ਦੀ ਯਤਨ ਕਰਦਾ, ਕਿਉਂਕਿ ਅਸੀਂ ਸਾਰਾ ਟ੍ਰੇਡ ਹੀ ਤੇ ਕਰ ਰਹੇ ਹਾਂ। ਅਸੀਂ ਅਗਰ ਆਪਣੇ ਸਵਾਸਾਂ ਨੂੰ ਇੱਕ ਪੂੰਜੀ ਲੈ ਲਈਏ, ਲੈਟ ਮੀ ਕੰਸੀਡਰ ਫॉर ਅ ਮਿਨਟ ਆਰ ਬ੍ਰੈਥਸ ਟੂ ਬੀ ਵੈਲਥ, then we are selling our wealth for something, whether it be for our family, for our workplace, for society, but our breath is being invested somewhere. ਇੱਕ ਤਰ੍ਹਾਂ ਦਾ ਵਪਾਰ ਹੈ। ਜਦੋਂ ਮੈਂ ਇਸ ਟ੍ਰੇਡ ਆਫ ਵਿੱਚ ਸਮਾਂ ਦਿੰਦਾ ਹਾਂ ਨਾਮ ਨੂੰ, ਤਾਂ ਮੈਂ ਟ੍ਰੇਡ ਸੱਚਾ ਸ਼ੁਰੂ ਕਰ ਦਿੰਦਾ, ਉਸ ਟ੍ਰਾਂਸੈਂਡੈਂਸ ਵੱਲ ਜਾਣਾ ਸ਼ੁਰੂ ਕਰ ਦਿੰਦਾ, ਜਿਹੜਾ ਸੱਚ ਦਾ ਵਪਾਰ ਹੈ। ਸੱਚ ਦਾ ਵਪਾਰ, ਨਾਮ ਦੀ ਕਮਾਈ ਸੱਚ ਦੀ ਕਮਾਈ ਹੈ। ਨਾਮ ਹੀ ਨਾਲ ਜਾਣਾ ਹੈ, ਹੋਰ ਤਾਂ ਸਭ ਝੂਠ ਹੈ। ਸਮੇਂ ਨਾਲ ਪਤਾ ਲੱਗ ਜਾਏਗਾ, ਅੱਜ ਨਹੀਂ ਦਿਖਦਾ। ਕਹਿਣ ਸੁਣਨ ਨੂੰ ਤਾਂ ਅਸੀਂ ਇਹੀ ਕਹਿੰਦੇ ਹਾਂ ਸਭ ਕੁਝ ਝੂਠ ਹੈ, ਨਾਲ ਕੁਛ ਨਹੀਂ ਜਾਣਾ, ਪਰ ਅਸੀਂ ਲੱਗੇ ਤਾਂ ਦੁਨੀਆ 'ਚ ਹੀ ਹੋਏ ਹਾਂ। ਦੁਨੀਆ ਤੋਂ ਪਰੇ ਸਾਨੂੰ ਕੁਛ ਨਹੀਂ ਦਿਖ ਰਿਹਾ। ਕੀ ਦੁਨੀਆ ਵਿੱਚ ਲੱਗਣਾ ਫਿਰ ਝੂਠ ਹੈ, ਗਲਤ ਹੈ? ਸਾਹਿਬ ਕਹਿ ਰਹੇ ਨੇ ਗਲਤ ਨਹੀਂ ਹੈ, ਪਰ ਦੁਨੀਆ ਦੇ ਵਿੱਚ ਰੁਕ ਜਾਣਾ ਔਰ ਉਸ ਦੇ ਅੱਗੇ ਨਾ ਜਾਣਾ, ਇਹ ਗਲਤ ਹੋ ਜਾਂਦਾ ਹੈ। ਨਾਮ ਨੂੰ ਨਾ ਜਾਣਨਾ, ਨਾਮ ਦੇ ਵਿੱਚ ਸਮਾਂ ਨਾ ਦੇਣਾ, ਨਾਮ ਦੇ ਅਭਿਆਸ ਵਿੱਚ ਨਾ ਉਤਰਨਾ। ਹੁਣ ਉਹਦੇ ਵਾਸਤੇ ਇਹ ਜ਼ਰੂਰੀ ਲੋੜ ਨਹੀਂ ਕਿ ਅਸੀਂ ਕਿਧਰੇ ਬੈਠ ਕੇ ਅਭਿਆਸ ਕਰਾਂਗੇ। ਹਾਂ, ਸ਼ੁਰੂਆਤ ਵਿੱਚ ਤਾਂ ਬੈਠ ਕੇ ਹੀ ਕਰਨਾ ਪਏਗਾ, ਪਰ ਫਿਰ ਅਭਿਆਸੀ ਪੁਰਸ਼ਾਂ ਨੂੰ ਮੈਨੂੰ ਨਹੀਂ ਲੱਗਦਾ ਕਿ ਬੈਠਣ ਦੀ ਵੀ ਲੋੜ ਪੈਂਦੀ ਹੈ। ਇੱਕ ਬੜੀ ਇੰਟੈਂਸਿਟੀ ਹੈ ਇਸ ਸ਼ਬਦ ਦੇ ਵਿੱਚ, ਔਰ ਜਿਤਨਾ ਇੰਟੈਂਸ ਇਸ ਸ਼ਬਦ ਨੂੰ ਅਸੀਂ ਇੰਟੈਂਸਲੀ ਇਸ ਸ਼ਬਦ ਨੂੰ ਅਸੀਂ ਜਾਣ ਲੈਂਦੇ ਹਾਂ, ਉਤਨੀ ਇੰਟੈਂਸਿਟੀ ਨਾਲ ਇਹ ਮਨ ਵਿੱਚ ਲੱਗਦਾ ਹੈ ਕਿ ਜਗ੍ਹਾ ਕਰ ਲੈਂਦਾ ਹੈ, ਔਰ ਉਸ ਜਗ੍ਹਾ ਦੇ ਨਾਲ ਸਾਨੂੰ ਅਵੇਕਨਿੰਗ ਆਉਂਦੀ ਹੈ, ਸਾਨੂੰ ਇੱਕ ਰਿਐਲਿਟੀ ਪਕੜ ਵਿੱਚ ਆਉਂਦੀ ਹੈ। ਸਾਨੂੰ ਸਾਹਿਬ ਜਗਾਉਣ ਦੀ ਗੱਲ ਕਰ ਰਹੇ ਹਨ, ਮਨ ਨੂੰ ਜਗਾਉਣਾ ਹੈ। ਕਿਸ ਰਿਐਲਿਟੀ ਨਾਲ? ਨਾਮ ਦੀ ਰਿਐਲਿਟੀ ਨਾਲ, ਆਪਣੀ ਭੁੱਖਾਂ ਦੀ ਰਿਐਲਿਟੀ ਨਾਲ। ਤਾਂ ਇਸੇ ਕਰਕੇ ਸਾਹਿਬ ਕਹਿ ਰਹੇ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ। ਮੁਸਲਮਾਨ ਵਾਸਤੇ, ਹਿੰਦੂ ਵਾਸਤੇ ਉਹ ਗਾਂ ਖਾਣਾ ਹੈ, ਔਰ ਸੂਅਰ ਵਾਸਤੇ ਔਰ ਮੁਸਲਮਾਨ ਵਾਸਤੇ ਸੂਅਰ ਖਾਣਾ ਹੈ। ਹੱਕ ਪਰਾਇਆ, ਦੂਜੇ ਦੀ ਗੱਲ ਕਰਦੇ ਕਿ ਪਰਾਏ ਵੱਲ ਨਿਗਾਹ ਨਾ ਕਰੀਏ। ਅਸੀਂ ਆਪਣਾ ਜੀਵਨ ਆਪਣੇ ਅੰਤਰ ਵੱਲ ਰਹਿ ਕੇ ਕਰੀਏ। ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ। ਗੁਰ ਪੀਰ ਹਾਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ। ਸਾਹਿਬ ਕਹਿੰਦੇ ਨੇ ਮੁਰਦਾ ਖਾਣ ਦੇ ਬਰਾਬਰ ਹੈ ਦੂਸਰੇ ਦੇ ਹੱਕ ਵੱਲ ਨਿਗਾਹ ਕਰਨੀ। ਨਾਨਕ ਗੱਲੀ ਕੂੜੀਏ ਕੂੜਈ ਕੂੜੋ ਪੱਲੇ ਪਾਏ। ਕੂੜ ਦੀਆਂ ਗੱਲਾਂ ਨੇ। ਜਦੋਂ ਨਾਮ ਨਾਲ ਵਾਪ ਆਉਂਦਾ ਹੈ, ਗੁਰੂ ਨਾਨਕ ਸਾਹਿਬ ਜਿਸ ਵੱਲ ਸਾਨੂੰ ਗਾਈਡ ਕਰਦੇ ਹਨ, ਜਿਸ ਡਾਇਰੈਕਸ਼ਨ ਵੱਲ ਸਾਨੂੰ ਭੇਜ ਰਹੇ ਹਨ, ਉਹ ਨਾਮ ਔਰ ਪ੍ਰੇਮ ਦੀ ਡਾਇਰੈਕਸ਼ਨ ਹੈ। ਉਸ ਡਾਇਰੈਕਸ਼ਨ ਵੱਲ ਜਾਂਦੇ ਹੋਏ ਸਾਨੂੰ ਨਿਰੰਕਾਰ ਦੀ ਗੱਲ ਸੁੱਤੇ ਸਿਧਾਣੀ ਸ਼ੁਰੂ ਹੋ ਜਾਂਦੀ ਹੈ, ਜੀਵਨ ਬਦਲਣਾ ਸ਼ੁਰੂ ਹੋ ਜਾਂਦਾ ਹੈ।
ਪਰ ਇਹਨੂੰ ਅਵੋਇਡ ਕਰਕੇ ਅਸੀਂ ਜੀਵਨ ਨੂੰ ਨਹੀਂ ਜਾਣ ਸਕਦੇ। ਇਹ ਵੀ ਜਾਣਨਾ ਜ਼ਰੂਰੀ ਹੈ ਕਿ ਸ਼ਹਿਰ ਨੂੰ ਛੱਡ ਕੇ ਅਗਰ ਮੈਂ ਚਲਾ ਗਿਆ ਔਰ ਮੇਰੇ ਮਨ ਵਿੱਚ ਫਿਰ ਵੀ ਸ਼ਹਿਰ ਵਸਦਾ ਰਿਹਾ, ਨਾਮ ਨਾ ਆਇਆ, ਤਾਂ ਮੈਂ ਕੁਛ ਵੀ ਨਹੀਂ ਪਾਇਆ। ਛੱਡ ਵੀ ਦਿੱਤਾ ਪਰ ਪਾਇਆ ਕੁਛ ਵੀ ਨਹੀਂ। ਸਪਿਰਿਚੁਅਲ ਲੈਵਲ ਤੇ ਮਨ ਦੇ ਵਿੱਚ ਜਦੋਂ ਟ੍ਰਾਂਜੀਸ਼ਨ ਆਏਗਾ, ਚੇਂਜ ਆਏਗਾ, ਤਾਂ ਹੀ ਉਹ ਸਪਿਰਿਚੁਅਲੀ ਮੈਟਰ ਕਰੇਗਾ। ਇਹ ਗੱਲ ਸਾਹਿਬ ਕਹਿੰਦੇ ਹਨ ਕਿ ਬਈ ਹੱਟੀ ਤੁਸੀਂ ਛੱਡ ਦਿੱਤੀ, ਬਾਟੀ ਤੁਸੀਂ ਛੱਡ ਦਿੱਤੀ, ਨਾਮ ਤਾਂ ਨਹੀਂ ਜਾਣਿਆ, ਤੁਸੀਂ ਤਾਂ ਪਰਾਏ ਦੇ ਹੱਕ ਵਿੱਚ ਫਿਰ ਵੀ ਨਿਗਾਹ ਰੱਖਦੇ ਹੋ, ਉਹਦਾ ਕੀ ਫਾਇਦਾ ਹੋਇਆ? ਇੱਕ ਸਪਿਰਿਚੁਅਲਿਟੀ ਨੂੰ ਰੀਡਿਫਾਈਨ ਕਰ ਰਹੇ ਹਨ, ਸਪਿਰਿਚੁਅਲ ਲੈਵਲ ਨੂੰ ਦੱਸ ਰਹੇ ਹਨ ਕਿਵੇਂ ਸਪਿਰਿਚੁਅਲ ਲੈਵਲ ਮੈਟਰ ਕਰਦੀ ਹੈ, ਕਿੱਥੇ ਮੈਟਰ ਕਰਦੀ ਹੈ, ਕਿਸ ਲੈਵਲ ਤੇ ਹੈ। ਅੱਗੇ ਸਾਨੂੰ ਫਿਰ ਕੀ ਸਮਝਾ ਰਹੇ ਹਨ? ਹਾਟ ਪਟਨ ਕਰ ਗੁਰ ਦਿਖਾਇਆ, ਗੁਰੂ ਨੇ ਮੈਨੂੰ ਦਿਖਾਇਆ, ਆਪਣੇ ਮਨ ਦੀ ਅਵਸਥਾ ਦਿਖਾਈ, ਸ਼ਬਦ ਨਾਲ ਮਿਲ ਕੇ ਸਹਿਜੇ ਸੱਚ ਵਪਾਰੋ, ਜਿੱਥੇ ਸੱਚ ਦਾ ਵਪਾਰ ਮੈਂ ਮਨ ਦੇ ਵਿੱਚ ਕਰਦਾ ਹਾਂ। ਹੁਣ ਝੂਠ ਨੂੰ ਵੇਚ ਕੇ ਸੱਚ ਨੂੰ ਪਾ ਲੈਂਦਾ, ਝੂਠ ਨੂੰ ਜੋ ਸਦਾ ਨਹੀਂ ਹੈ। ਖੰਡਤ ਨਿੰਦਰਾ ਅਲਪ ਆਹਾਰੰਗ ਨਾਨਕ ਤਤ ਵਿਚਾਰੋ। ਇਹ ਜਿਹੜੀ ਦੁਨੀਆ ਦੀ ਸੱਤ ਨੂੰ ਜਾਣ ਕੇ ਜੀਣਾ ਹੈ, ਇਹ ਜਗਣਾ ਹੈ। ਪਰ ਦੁਨੀਆ ਦੇ ਸੱਤ ਨੂੰ ਭੁੱਲ ਜਾਣਾ ਇਹ ਨਿੰਦਰਾ ਹੈ। ਮੈਂ ਭੁੱਲ ਗਿਆ ਦੁਨੀਆ ਹੈ ਕੀ, ਇਹਦੇ ਵਿੱਚ ਗਵਾਚ ਗਿਆ, ਮੈਂ ਸਦਾ ਲਈ ਨਹੀਂ ਹਾਂ, ਇਸ ਗੱਲ ਨੂੰ ਮੈਂ ਗਵਾਚ ਗਿਆ, ਭੁੱਲ ਗਿਆ, ਔਰ ਮੈਂ ਨਾਮ ਤੋਂ ਦੂਰ ਚਲਾ ਗਿਆ। ਤਾਂ ਮਨ ਦੀ ਤਹਿ ਵਿੱਚ ਮੇਰੇ ਵਿਆਕੁਲਤਾ ਰਹੇਗੀ, ਪਰੇਸ਼ਾਨੀ ਰਹੇਗੀ, ਪ੍ਰੈਸ਼ਰਸ ਰਹਿਣਗੇ, ਔਰ ਸੱਚ ਤੋਂ ਮੈਂ ਦੂਰ ਜਾਣਾ ਸ਼ੁਰੂ ਹੋ ਜਾਵਾਂਗਾ। ਔਰ ਫਿਰ ਕੀ ਹੋਏਗਾ? ਮੈਂ ਬਾਹਰ ਵੱਲ ਹੀ ਮੁਖੀ ਹੋ ਕੇ ਰਵਾਂਗਾ। ਆਈ ਵਿਲ ਬੀ ਲਿਵਿੰਗ ਦੀ ਅਦਰਸ ਹੈਲ, ਜਿਵੇਂ ਜੌਨ ਪੌਲ ਸਾਰਤਰ ਕਹਿੰਦਾ ਹੈ, ਹੈਲ ਇਜ਼ ਦੀ ਅਦਰ ਪੀਪਲ। ਮਹਾਰਾਜ ਸਾਨੂੰ ਸਮਝਾ ਰਹੇ ਹਨ ਕਿ ਨਾਮ ਨਾਲ ਅਸੀਂ ਅੰਤਰ ਮਨ ਵਿੱਚ ਤ੍ਰਿਪਤ ਹੋ ਜਾਵਾਂਗੇ, ਫਿਰ ਇੱਕ ਨੀਡ ਬੇਸਡ ਜੀਵਨ ਜੀ ਜਾਵਾਂਗੇ। ਉਹ ਜੀਵਨ ਜਿਹੜਾ ਸਕੂਨ ਨਾਲ ਭਰਿਆ ਹੋਏਗਾ, ਉਹ ਜੀਵਨ ਜਿਹੜਾ ਬਾਹਰ ਮੁਖੀ ਨਹੀਂ ਹੋਏਗਾ, ਅੰਤਰ ਵਿੱਚ ਆਨੰਦ ਰੂਪ ਹੋਏਗਾ, ਜਿੱਥੇ ਇੱਕ ਆਈਡੈਂਟੀਟੀ ਕ੍ਰਾਈਸਿਸ ਨਹੀਂ ਰਹੇਗੀ ਮੈਨੂੰ, ਮੈਂ ਕੀ ਹਾਂ, ਔਰ ਮੈਂ ਬਾਹਰ ਮੁਖੀ ਹੋ ਕੇ ਲੱਭਦਾ ਹੀ ਰਵਾਂਗਾ। ਮਹਾਰਾਜ ਕਹਿੰਦੇ ਨੇ ਮੈਂ ਖੰਡਿਤ ਕਰਤੀ ਨਿੰਦਰਾ। ਜਿਹੜਾ ਜੀਵਨ ਦੇ ਸੱਤ ਨੂੰ ਨਾ ਜਾਣਨਾ, ਮੈਂ ਉਹ ਸੱਤ, ਉਸ ਜਿਹੜਾ ਤੱਤ ਹੈ ਉਹ ਖੰਡਿਤ ਕਰ ਦਿੱਤਾ। ਖੰਡਿਤ ਨਿੰਦਰਾ, ਔਰ ਮੈਂ ਜਗ ਗਿਆ। ਅਸੀਂ ਮਨ ਦੀ ਲੈਵਲ ਤੇ ਜਦੋਂ ਜਗ ਗਏ ਕਿ ਅਸੀਂ ਮਨ ਵਿੱਚ ਕਮਾਣਾ ਕੀ ਹੈ, ਤਾਂ ਅਸੀਂ ਨਿੰਦਰਾ ਨੂੰ ਛੱਡ ਦਿੱਤਾ। ਅਲਪ ਆਹਾਰੰਗ, ਫਿਰ ਮੇਰੇ ਜਦੋਂ ਮਨ ਵਿੱਚ ਤ੍ਰਿਪਤਤਾ ਆ ਗਈ, ਫਿਰ ਮੈਂ ਥੋੜਾ ਖਾਵਾਂਗਾ। ਨਾਨਕ ਤਤ ਵਿਚਾਰੋ, ਔਰ ਵਿਚਾਰ ਤੱਤ ਵੱਲ ਚੱਲਣਗੇ। ਜੀਵਨ ਦਾ ਤੱਤ ਕੀ ਹੈ, ਜੀਵਨ ਦਾ ਫੰਡਾਮੈਂਟਲ ਐਗਜ਼ਿਸਟੈਂਸ ਕੀ ਹੈ, ਜੀਵਨ ਦੀ ਕ੍ਰੀਏਸ਼ਨ ਕੀ ਹੈ, ਮੈਨੂੰ ਕਿਸ ਚੀਜ਼ ਨੂੰ ਜਾਣਨਾ ਹੈ। ਯੋਗੀਆਂ ਨੂੰ ਉਪਦੇਸ਼, ਸਾਨੂੰ ਉਪਦੇਸ਼ ਦੇ ਰਹੇ ਹਨ ਹਜ਼ੂਰ, ਕਿ ਜੀਵਨ ਕਿਵੇਂ ਜੀਣਾ ਹੈ। ਤਿਆਗਣਾ ਹੈ ਤਾਂ ਉਸ ਝੂਠ ਨੂੰ ਤਿਆਗਣਾ ਹੈ, ਤਿਆਗਣਾ ਹੈ ਤੇ ਉਸ ਐਟੀਟਿਊਡ ਔਰ ਅਪਰੋਚ ਨੂੰ ਤਿਆਗਣਾ ਹੈ ਜਿਸ ਨਾਲ ਜੀਵਨ ਦਾ ਤੱਤ ਤੋਂ ਪਰੇ ਚਲੇ ਜਾਂਦੇ ਆ। ਦੇਖੀਏ ਇਸ ਗੱਲ ਨੂੰ ਕਿ ਅਗਰ ਮਨ ਦੀ ਲੈਵਲ ਵਿੱਚ ਸ਼ਬਦ ਔਰ ਸੁਰਤ ਦੀ ਕਮਾਈ ਨਾਲ ਸਾਨੂੰ ਸਭ ਕੁਝ ਮਿਲਣਾ ਹੈ, ਤਾਂ ਉਹ ਕਿਧਰੇ ਵੀ ਅਵੇਲੇਬਲ ਹੈ। ਕੋਈ ਥਾਂ ਨਹੀਂ ਹੈ ਜਿਹੜਾ ਨਾਮ ਤੋਂ ਬਿਨਾਂ ਹੈ।
हाँ, ਐਟੀਟਿਊਡ ਔਰ ਅਪਰੋਚ ਸਾਨੂੰ ਲੋੜ ਹੈ। ਔਰ ਇਹ ਐਟੀਟਿਊਡਸ ਔਰ ਅਪਰੋਚ ਗੁਰੂ ਨਾਨਕ ਸਾਹਿਬ ਸਿੱਧ ਗੋਸ਼ਟ ਵਿੱਚ ਸਾਨੂੰ ਸਮਝਾ ਰਹੇ ਹਨ ਕਿ ਕਿਵੇਂ ਇਹ ਹੋ ਸਕਦਾ ਹੈ। ਜਿਸ ਤਰ੍ਹਾਂ ਅਸੀਂ ਪਰ ਘਰ ਚਿੱਤ ਨਾ ਡੋਲਾਈ, ਪਰਾਏ ਦੇ ਘਰ ਨਾਲ ਚਿੱਤ ਨਾ ਡੋਲੇ, ਇਹ ਪੋਸੀਬਲ ਨਹੀਂ ਹੈ ਬਿਨਾਂ ਨਾਮ ਦੇ। ਕੁਛ ਵੀ ਕਹਿ ਲਈਏ, ਵੀ ਵਿਲ ਬੀ ਅਫੈਕਟਡ ਬਾਈ ਦੀ ਅਦਰ, ਕਿਉਂਕਿ ਮਨ ਦੀ ਫਾਊਂਡੇਸ਼ਨ ਹੀ ਅਦਰ ਹੈ। ਦੋ ਹੀ ਫਾਊਂਡੇਸ਼ਨ ਹੋ ਸਕਦੀਆਂ, ਦੁਨੀਆ ਜਾਂ ਨਾਮ। ਜਿਵੇਂ ਕੱਲ ਦੇ ਸ਼ਬਦ ਵਿੱਚ ਸਮਝਾਇਆ ਸੀ ਹਜੂਰ ਨੇ ਕਿ ਆਧਾਰ ਜਿਹੜਾ ਹੈ ਉਹ ਨਾਮ ਹੋਣਾ ਚਾਹੀਦਾ ਹੈ, ਫਾਊਂਡੇਸ਼ਨ ਜਿਹੜੀ ਹੈ ਉਹ ਨਾਮ ਹੋਣਾ ਚਾਹੀਦਾ ਹੈ। ਤਾਂ ਅਸੀਂ ਉਸ ਵੱਲ ਹੀ ਚੱਲਣਾ ਹੈ। ਪਰ ਗੁਰੂ ਸਾਹਿਬ ਨੇ ਕਿਵੇਂ ਸਮਝਾਇਆ ਹੈ? ਐ ਮਨ ਚਲਤਿਓ ਸੱਚ ਘਰ ਬੈਸੇ, ਨਾਨਕ ਨਾਮ ਆਧਾਰੋ। ਚੇਂਜਿੰਗ ਮਾਈਂਡ ਤੋਂ ਦੂਰ ਹਟਣਾ ਹੈ ਔਰ ਉਸ ਮਾਈਂਡ ਵੱਲ ਜਾਣਾ ਹੈ ਜਿਹੜਾ ਅਨਚੇਂਜਿੰਗ ਮਾਈਂਡ ਹੈ। ਚੇਂਜਿੰਗ ਮਾਈਂਡ ਕਿਹੜਾ ਮਾਈਂਡ ਹੈ? ਜਿਹੜਾ ਥਾਟਸ ਨਾਲ ਭਰਿਆ ਹੈ। ਜਦੋਂ ਥਾਟਸ ਤੋਂ ਦੂਰ ਚਲੇ ਜਾਵਾਂਗੇ, ਜਿਵੇਂ ਕੱਲ ਵਿਚਾਰਿਆ ਸੀ, ਤਾਂ ਅਸੀਂ ਉਸ ਮਨ ਵੱਲ ਚਲੇ ਜਾਵਾਂਗੇ ਜਿੱਥੇ ਥਾਟ ਨਹੀਂ ਹੈ। ਮੁਸ਼ਕਿਲ ਲੱਗਦਾ ਹੈ, ਪਰ ਬਾਣੀ ਕਹਿੰਦੀ ਹੈ ਮੁਸ਼ਕਿਲ ਨਹੀਂ ਹੈ। ਇਹ ਐਬਿਲਿਟੀ ਸਾਡੇ ਸਾਰਿਆਂ 'ਚ ਹੈ। ਕੋਈ ਵੀ ਨਹੀਂ ਹੈ ਜਿਹਦੇ 'ਚ ਨਹੀਂ ਹੈ। ਔਰ ਇਸ ਨਾਮ ਨਾਲ ਜੁੜ ਕੇ ਅਸੀਂ ਮਨ ਨੂੰ ਤ੍ਰਿਪਤ ਕਰਾਂਗੇ। ਤਾਂ ਆਧਾਰ ਜਿਹੜਾ ਹੈ, ਫਾਊਂਡੇਸ਼ਨ ਜਿਹੜਾ ਹੈ, ਉਹ ਨਾਮ ਰਹੇਗਾ ਮੇਰੇ ਜੀਵਨ ਦਾ, ਤਾਂ ਹੀ ਮੈਂ ਤਰ ਪਾਵਾਂਗਾ, ਤਾਂ ਹੀ ਮੈਨੂੰ ਉਹ ਪ੍ਰੇਮ ਮੇਰੇ ਮਨ ਵਿੱਚ ਉਤਰੇਗਾ, ਜਿਹੜਾ ਪ੍ਰੇਮ ਮੈਨੂੰ ਨਿਰੰਕਾਰ ਨਾਲ ਜੋੜੇਗਾ। ਕੰਡੀਸ਼ਨਲ ਪ੍ਰੇਮ ਨਹੀਂ, ਅਨਕੰਡੀਸ਼ਨਲ ਪ੍ਰੇਮ ਜੋ ਹੈ ਹੀ ਬਿਨਾਂ ਕਿਸੇ ਕੁਝ ਕਰੇ, ਉਹ ਪ੍ਰੇਮ ਹਾਜ਼ਰ ਹੈ ਜੀਵਨ ਵਿੱਚ। ਹਾਟੀ ਬਾਟੀ ਦੀ ਗੱਲ ਤੋਂ ਹੀ ਸਾਹਿਬ ਨੇ ਪਕੜਿਆ ਹੈ ਕਿ ਦੁਨੀਆ ਵਿੱਚ ਰਹਿੰਦੇ ਹੋਏ ਅਸੀਂ ਸ਼ਬਦ ਨਾਲ, ਸੁਰਤ ਨਾਲ ਜੁੜਾਂਗੇ, ਬਾਣੀ ਨਾਲ ਜੁੜਾਂਗੇ, ਤਾਂ ਬਿਨ ਨਾਮੇ ਮਨ ਟੇਕ ਨਾ ਟਿਕਈ। ਬਿਨਾਂ ਨਾਮ ਦੇ ਨਹੀਂ ਟਿਕੇਗਾ। ਤੁਸੀਂ ਜਿੱਧਰ ਮਰਜ਼ੀ ਘੁੰਮਦੇ ਰਹੋ, ਮਨ ਕਿਵੇਂ ਟਿਕਿਆ, ਉਸ ਕੁਐਸਚਨ ਤੇ ਇਹ ਉੱਠਦਾ ਹੈ। We were wandering, but mind was stable. We were sitting stationary, but mind is wandering. ਇਹ ਦੋ ਹੀ ਤੇ ਅਵਸਥਾ ਹਨ। ਯੋਗੀ ਕਹਿੰਦੇ ਨੇ ਅਸੀਂ ਘੁੰਮਦੇ ਰਹਿੰਦੇ ਹਾਂ, ਤਾਂ ਫਿਰ ਮਨ ਕਿੱਥੇ ਟਿਕਿਆ ਹੈ? ਅਗਰ ਮਨ ਨਹੀਂ ਟਿਕਿਆ ਤਾਂ ਮਨ ਨੂੰ ਪ੍ਰਾਪਤੀ ਨਹੀਂ ਹੈ। ਮਨ ਕਿਵੇਂ ਟਿਕੇਗਾ? ਸਾਹਿਬ ਕਹਿੰਦੇ ਨਾਮ ਨਾਲ ਟਿਕੇਗਾ, ਹੋਰ ਕੋਈ ਰਸਤਾ ਨਹੀਂ ਹੈ। ਤਾਂ ਮੈਂ ਘਰ ਬੈਠਾ ਹਾਂ, ਮੇਰਾ ਮਨ ਟਿਕ ਗਿਆ, ਉੱਥੋਂ ਕਹਾਣੀ ਸ਼ੁਰੂ ਹੋ ਗਈ। ਮਨ ਨੂੰ ਕਿਵੇਂ ਟਿਕਾਣਾ ਹੈ? ਜਿਵੇਂ ਇੱਕ ਕਿਸ਼ਤੀ ਹੈ, a boat in water, it doesn't have any stable foundation, ਸੋ ਉਹ ਹਿਲਦੀ ਰਹਿੰਦੀ ਹੈ। But if I peg it to the shore, to the port, and I tie it, ਫਿਰ ਉਹ ਸਟੇਬਲ ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਮੇਰਾ ਮਨ ਜਦੋਂ ਬਿਨਾਂ ਕਿਸੇ ਆਧਾਰ ਤੇ ਜੀਵਨ ਵਿੱਚ ਚੱਲਦਾ ਹੈ, it has no foundation and it is unstable. But when I tie the mind to Shabad, to Bani Abhyas, then I have tied a wandering boat, and now I move towards stability. तो जपजी साहब की आखिरी पौड़ी ਵਿੱਚ ਜਿਹੜੀ ਸਾਹਿਬ ਉਪਦੇਸ਼ ਦਿੰਦੇ ਹੈ, that's a very serious dialogue on inner spirituality. ਜਤ ਪਹਾਰਾ ਧੀਰਜ ਸੁਨਿਆਰ, ਅਹਰਨ ਮਤ ਵੇਦ ਹਥਿਆਰ। ਮੈਂ ਐਫਰਟ ਕਰਦਾ ਹਾਂ, ਉਹ ਮੇਰਾ ਪਹਾਰਾ ਹੈ, ਜਿਵੇਂ ਇੱਕ ਸੁਨਿਆਰ ਕਰਦਾ ਹੈ ਕਿਸੇ
ਕਿਸੇ ਚੀਜ਼ ਨੂੰ, ਉਹਦੀ ਗੱਲ ਚਲਾ ਰਹੇ ਹਨ। ਸਿਮਲੀ ਹੈ ਧੀਰਜ, ਮਾਈਂਡ ਨੂੰ ਸਟੇਬਲ ਕਰਕੇ ਧੀਰਜ ਰੱਖਦਾ। ਅਹਿਰਣ ਮਤ is anvil, the blacksmith's anvil on which he hammers। ਤਾਂ ਮੇਰਾ ਮਨ ਜਦੋਂ ਸਟੇਬਲ ਹੋਏਗਾ ਤਾਂ ਸ਼ਬਦ ਦੀ ਚੋਟ ਵੱਜੇਗੀ। ਜਦ ਮਨ ਮੇਰਾ ਸਟੇਬਲ ਹੀ ਨਹੀਂ ਹੋਏਗਾ ਤਾਂ ਸ਼ਬਦ ਦੀ ਚੋਟ ਨਹੀਂ ਵੱਜੇਗੀ। ਦੈਟਸ ਦ ਰੀਜ਼ਨ ਕਿ ਅਸੀਂ ਸ਼ਬਦ ਦੀ ਇੰਨੀ ਸੰਗਤ ਕਰਦੇ ਹਾਂ, ਸਾਡੇ 'ਚ ਟਰਾਂਸਫਰਮੇਸ਼ਨ ਨਹੀਂ ਆਉਂਦੀ, ਕਿਉਂਕਿ ਮਨ ਹੀ ਥਿਰ ਨਹੀਂ ਹੈ। ਸਾਨੂੰ ਯਾਦ ਹੈ ਗੁਰੂ ਨਾਨਕ ਸਾਹਿਬ ਦੀ ਉਹ ਕਥਾ, ਜਦੋਂ ਇੱਕ ਪੀਰ ਕਹਿੰਦਾ ਕਿ ਤੁਸੀਂ ਮੇਰੇ ਨਾਲ ਨਮਾਜ਼ ਪੜ੍ਹੋ। ਮਹਾਰਾਜ ਕਹਿੰਦੇ ਜ਼ਰੂਰ ਪੜ੍ਹਦੇ ਆ। ਉਹ ਪੂਰੀ ਨਮਾਜ਼ ਪੜ੍ਹਦਾ, ਮਹਾਰਾਜ ਖੜੇ ਰਹਿੰਦੇ ਆ। ਨਮਾਜ਼ ਤੋਂ ਬਾਅਦ ਉਹ ਹਜ਼ੂਰ ਨੂੰ ਕਹਿੰਦਾ ਆਪ ਤਾਂ ਨਮਾਜ਼ ਪੜ੍ਹੀ ਨਹੀਂ ਤੁਸੀਂ। ਮਹਾਰਾਜ ਕਹਿੰਦੇ ਤੂੰ ਵੀ ਤਾਂ ਘੋੜੇ ਵੇਚਦਾ ਸੀ, ਨਮਾਜ਼ ਕਿੱਥੇ ਪੜ੍ਹੀ ਤੂੰ। ਜਦ ਹਜ਼ੂਰੀ ਹੀ ਨਹੀਂ ਜੀਵਨ ਵਿੱਚ, ਜਦ ਨਿਰੰਕਾਰ ਦੇ ਅੱਗੇ ਹਾਜ਼ਰ ਹੀ ਨਹੀਂ, ਤਾਂ ਫਿਰ ਕੁਛ ਵੀ ਨਹੀਂ ਹੈ। ਹਜ਼ੂਰੀ ਕਿਵੇਂ ਹੈ? ਮਨ ਨੂੰ ਟਿਕਾਣ ਨਾਲ ਹਜ਼ੂਰੀ ਸ਼ੁਰੂ ਹੁੰਦੀ ਹੈ, ਔਰ ਮਨ ਬਾਹਰ ਨਹੀਂ ਅੰਦਰ ਟਿਕਦਾ ਹੈ। ਜਦ ਤੱਕ ਮਨ ਅੰਦਰ ਵਿੱਚ ਨਹੀਂ ਟਿਕਦਾ, ਅਸੀਂ ਬੈਠ ਵੀ ਨਹੀਂ ਸਕਦੇ, ਤੁਰਦੇ ਫਿਰਦੇ ਰਹਿੰਦੇ ਆ। ਸੋ ਟਿਕਾਣਾ ਕਿਵੇਂ ਹੈ? ਉਹ ਕਹਿੰਦੇ ਨੇ ਬਿਨ ਨਾਵੇਂ ਮਨ ਟੇਕ ਨਾ ਟਿਕਈ। ਮਨ ਨਹੀਂ ਟਿਕੇਗਾ। ਨਾਮ ਨਾਲ ਰਿਸ਼ਤਾ ਪਾਉਣਾ ਹੈ, ਸ਼ਬਦ ਨਾਲ ਰਿਸ਼ਤਾ ਪਾਉਣਾ ਹੈ। ਨਾਨਕ ਭੂਖ ਨਾ ਜਾਈ। ਜਦ ਤੱਕ ਨਾਮ ਦੇ ਵਾਹ ਨਹੀਂ ਪਾਵਾਂਗੇ, ਭੁੱਖ ਵੀ ਨਹੀਂ ਜਾਏਗੀ। ਹਾਟ ਪਟਨ ਕਰ ਗੁਰ ਦਿਖਾਇਆ। ਗੁਰੂ ਨੇ ਦਿਖਾਈ ਹੈ ਇੱਕ ਨਵੀਂ ਦੁਕਾਨ, ਇੱਕ ਨਵਾਂ ਸ਼ਹਿਰ। ਕਿਹੋ ਜਿਹਾ ਸ਼ਹਿਰ? ਸਹਿਜੇ ਸੱਚ ਵਪਾਰੋ, ਜਿੱਥੇ ਸਹਿਜ ਵਿੱਚ ਰਹਿ ਕੇ ਟਿਕਾ ਕੇ ਮਨ ਨੂੰ ਮੈਂ ਸੱਚ ਦਾ ਵਪਾਰ ਕਰਦਾ। ਇੱਕ ਤੇ ਅਸੀਂ ਵਪਾਰ ਕਰਦੇ ਹਾਂ ਪੈਸੇ ਦਾ, ਅਹੁਦਿਆਂ ਦਾ, ਸ਼ੋਹਰਤ ਦਾ। ਉਹ ਕਿਹੜਾ ਸੱਚ ਹੈ ਜਿਹੜਾ ਫੋਰਐਵਰ ਨਹੀਂ ਹੈ? ਪਰ ਹਜ਼ੂਰ ਕਹਿੰਦੇ ਨੇ ਮੈਂ ਉਸ ਮਨ ਵਿੱਚ ਟਿਕ ਗਿਆ ਹਾਂ ਜਿੱਥੇ ਸਹਿਜ ਵਿੱਚ, ਐਫਰਟਲੈਸਨੈਸ ਵਿੱਚ ਮੈਂ ਸੱਚ ਦਾ ਵਪਾਰ ਕਰਦਾ ਹਾਂ, ਜਿਹੜਾ ਮੇਰੇ ਨਾਲ ਸਦਾ ਰਹਿੰਦਾ ਹੈ। ਮੰਗੋ ਦਾਨ ਠਾਕੁਰ ਨਾਮ, ਅਵਰ ਕਛੂ ਮੇਰੇ ਸੰਗ ਨਾ ਚਾਲੇ। ਨਾਮ ਨਾਲ ਚੱਲਦਾ ਹੈ। ਜੀਵਨ ਦੇ ਵਿੱਚ ਸਰੀਰ ਰਹੇਗਾ ਕਿ ਨਹੀਂ ਰਹੇਗਾ, ਨਾਮ ਨਾਲ ਜਾਏਗਾ। ਨਾਮ ਇੱਕ ਮਨ ਦੀ ਅਵਸਥਾ ਹੈ, ਨਾਮ ਇੱਕ ਪ੍ਰੇਮ ਦੀ ਅਵਸਥਾ ਹੈ, ਨਾਮ ਇੱਕ ਡੁੱਬਣ ਦਾ ਸੰਕਲਪ ਹੈ ਜਿੱਥੇ ਮੈਂ ਨਹੀਂ ਹਾਂ। ਹਉਮੈ ਨਾਮੇ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਥਾਏ। ਨਾਮ ਔਰ ਹਉਮੈ ਦਾ ਵਿਰੋਧ ਹੈ। ਦੇ ਆਰ ਐਟ opposition to each other, ਈਗੋ ਐਂਡ ਨਾਮ। ਜਿੱਥੇ ਨਾਮ ਹੋਏਗਾ, ਪ੍ਰੇਮ ਹੋਏਗਾ, ਉੱਥੇ ਈਗੋ ਨਹੀਂ ਹੋਏਗੀ। ਹਉਮੈ ਨਾਮੇ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਥਾਏ। ਤਾਂ ਜਿੱਥੋਂ ਹੰਕਾਰ ਹੋਏਗਾ ਉੱਥੇ ਨਾਮ ਨਹੀਂ ਆਏਗਾ ਮਹਾਰਾਜ। ਜਿੱਥੇ ਨਾਮ ਆ ਗਿਆ ਉੱਥੇ ਹੰਕਾਰ ਨਹੀਂ ਆਏਗਾ। ਤਾਂ ਸਾਹਿਬ ਸਾਨੂੰ ਉਪਦੇਸ਼ ਕਰਦੇ ਹੈ ਫਿਰ ਕਿ ਮੈਂ ਉਸ ਸੱਚ ਦੇ ਵਪਾਰ ਵਿੱਚ ਲੱਗਿਆ ਹਾਂ, ਮਨ ਦੇ ਵਿੱਚ। ਇਹ ਇਸ਼ੂ ਮੈਟਰ ਕਰਦਾ ਹੈ, ਮੈਂ ਦੁਨੀਆ ਵਿੱਚ ਜੀਂਦੇ ਹੋਏ ਆਪਣੇ ਮਨ ਨੂੰ ਕਿਵੇਂ ਸੰਭਾਲਿਆ। ਮੈਂ ਦੁਨੀਆ ਨੂੰ ਛੱਡ ਦਿੱਤਾ, ਮਨ ਨੂੰ ਨਹੀਂ ਜਾਣਿਆ ਤਾਂ ਕੁਛ ਵੀ ਨਹੀਂ ਜਾਣਿਆ। ਖੰਡਤ ਨਿੰਦਰਾ। ਇਸ ਕਰਕੇ ਸਾਹਿਬ ਕਹਿੰਦੇ ਨੇ ਅਸੀਂ ਉਸ ਨਿੰਦਰਾ ਨੂੰ ਖੰਡਿਤ ਕਰਦੇ ਹਾਂ। that attitude of sleeping, that attitude of unawareness of what is the world, ਉਹਨੂੰ ਖੰਡਿਤ ਕਰਨਾ ਹੈ। ਇੱਕ ਮਨ ਦੀ ਅਪਰੋਚ ਹੈ ਕਿ ਮੈਂ ਜੀਵਨ ਵਿੱਚ, ਸਤ ਵਿੱਚ ਜੀਵਨ ਕੀ ਹੈ ਉਸ ਨੂੰ ਜਾਣ ਕੇ ਜੀਵਨ ਜੀਆਂ। ਮਹਿਲਾ ਮਹਾਰਾਜ ਸਾਨੂੰ ਕਹਿੰਦੇ ਪਹਿਲਾ ਮਰਨ ਕਬੂਲ, ਜੀਵਨ ਕੀ ਛਡਾਸ। ਮੌਤ ਨੂੰ ਜਾਣੋ, ਸਾਡੇ ਨਾਲ ਨਾਲ ਟੁਰਦੀ ਹੈ। ਹੋ ਸਭਨਾ ਕੀ ਰਹਿਣ ਕਾ, ਤਬ ਆਓ ਹਮਾਰੇ ਪਾਸ।
ਮਨ ਦੀ ਟਰਾਂਸਫਰਮੇਸ਼ਨ ਵਾਸਤੇ ਈਗੋ ਨੂੰ ਫੰਡਾਮੈਂਟਲੀ ਛੱਡਣਾ ਪਏਗਾ, ਹੰਕਾਰ ਬੇਸਡ ਜੀਵਨ ਨੂੰ ਛੱਡਣਾ ਪਏਗਾ, ਨਾਮ ਨੂੰ ਆਧਾਰ ਬਣਾਉਣਾ ਪਏਗਾ। ਮੇਰੇ ਜੀਵਨ ਦੀ ਫਾਊਂਡੇਸ਼ਨ ਨਾਮ ਬਣ ਜਾਏ, ਮੈਂ ਉਸ ਵੱਲ ਟੁਰ ਪਾਵਾਂ, ਮੇਰਾ ਜੀਵਨ ਬਦਲੀ ਹੋਣਾ ਸ਼ੁਰੂ ਹੋ ਜਾਏਗਾ। ਨਾਨਕ ਤਤ ਵਿਚਾਰੋ ਅਲਪ ਆਹਾਰੰ। ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਬਹੁਤ ਪਿਆਰਾ ਸ਼ਬਦ ਹੈ, ਰੇ ਮਨੈ ਸੋ ਕਰ ਸੰਨਿਆਸਾ, ਬਨ ਸੇ ਸਦਨ ਸਭ ਹੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਸੰਨਿਆਸੀ ਨੂੰ ਅਗਰ ਕੋਈ ਉਪਦੇਸ਼ ਹੈ ਕਿ ਸੰਨਿਆਸ ਕੀ ਹੈ ਮਨ ਦੀ ਲੈਵਲ ਤੇ, ਤਾਂ ਉਹ ਇਹੀ ਸ਼ਬਦ ਹੈ। ਕਿਸੇ ਦਿਨ ਉਹਨੂੰ ਵਿਚਾਰਾਂਗੇ। ਅੱਜ ਲਈ ਇਤਨੀ ਵਿਚਾਰ ਪ੍ਰਵਾਨ ਕਰਨੀ ਮਹਾਰਾਜ। ਇਹ 7ਵੀਂ ਔਰ 8ਵੀਂ ਪੌੜੀ। ਕੱਲ ਫਿਰ ਅਸੀਂ ਦਰਸ਼ਨ ਦੀ ਗੱਲ ਕਰਾਂਗੇ। ਨਵੀਂ ਯੋਗੀ ਇੱਕ ਨਵੀਂ ਗੱਲ ਚਲਾਉਣਗੇ, ਉਸ ਦੇ ਦਰਸ਼ਨ ਕਰਾਂਗੇ। ਕਿਸੇ ਨੂੰ ਇਸ 'ਤੇ ਕੋਈ ਇੰਪਰੂਵਮੈਂਟ ਕਰਨੀ ਹੋਏ, ਮੋਸਟ ਵੈਲਕਮ। ਕੋਈ ਦੱਸਣਾ ਚਾਹੇ, ਪੁੱਛਣਾ ਚਾਹੇ, ਜ਼ਰੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।